ਕਰਮੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨਾਮ ਤੇ ਆਇਆ ਗਏ ਮਸਕਤ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤਿਰ ਭਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ ਪ੍ਰਤਪਾਲੈ ਨਿਤ ਸਾਰ ਸਮਾਲੇ ਏਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧ ਨ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਓ ਨਾਮ ਪਰਿਓ ਰਾਮਦਾਸ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਦੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ
ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਕਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹੋ। ਸਿਰ ਸਾਹਾਂ ਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ। ਰਤਨ ਪਦਾਰਥ ਵਣਜਿਆ ਹੈ, ਸਤਿਗੁਰ ਦੀਆ 부ਝਾਏ RAM। ਲਾਹ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ RAM। ਰਤਨ ਪਦਾਰਥ ਵਣਜਿਆ ਹੈ, ਸਤਿਗੁਰ ਦੀਆ 부ਝਾਏ RAM। ਲਾਹ ਲਾਭ ਹਰ ਭਗਤ ਹੈ, ਗੁਣ ਮਹਿ ਗੁਣੀ ਸਮਾਈ RAM। ਗੁਣ ਮਹਿ ਗੁਣੀ ਸਮਾਏ, ਜਿਸ ਆਪ 부ਝਾਏ। ਲਾਹ ਭਗਤ ਸੈ ਸਾਰੇ, ਬਿਨ ਭਗਤੀ ਸੁਖ ਨਾ ਹੋਈ। ਦੂਜੈ ਪਤ ਖੋਈ, ਗੁਰਮਤਿ ਨਾਮ ਆਧਾਰੇ। ਵਖਰ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਾਪਾਰ ਲਾਏ। ਰਤਨ ਪਦਾਰਥ ਵਣਜਿਆ ਹੈ, ਜਾਂ ਸਤਿਗੁਰ ਦੇ 부ਝਾਏ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰ RAM। ਕੂੜ ਬੋਲ ਵਿਖ ਖਾਵਣੀ, ਵਹੁ ਵਧ ਹੈ ਵਿਕਾਰ RAM। ਵਹੁ ਵਧ ਹੈ ਵਿਕਾਰ, ਸਹਸਾ ਇਹੋ ਸੰਸਾਰ। ਬਿਨ ਨਾਵੈ ਪਤ ਖੋਈ, ਪੜ ਪੜ ਪੰਡਤ ਵਾਦ ਵਖਾਣ ਹੈ। ਬਿਨ ਬੂਝੈ ਸੁਖ ਨਾ ਹੋਈ। ਆਵਣ ਜਾਣਾ ਕਦੇ ਨਾ ਚੁਕੈ, ਮਾਇਆ ਮੋਹ ਪਿਆਰਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹੋ ਵਾਪਾਰਾ। ਖੋਟੇ ਖਰੇ ਸਭ ਪਰਖਿਆਨ, ਤਿਤ ਸੱਚੇ ਕੈ ਦਰਬਾਰ RAM। ਖੋਟੇ ਦਰਗਹ ਸੁਟਿਆਨਾ, ਊਭੇ ਕਰਨ ਪੁਕਾਰ RAM। ਊਭੇ ਕਰਨ ਪੁਕਾਰ ਮੁਗਧ ਗਵਾਰਾ। ਮਨ ਮੁਖ ਜਨਮ ਗਵਾਇਆ, ਵਿਖਿਆ ਮਾਇਆ ਜਿਨ ਜਗਤ ਭੁਲਾਇਆ। ਸਾਚਾ ਨਾਮ ਨਾ ਪਾਇਆ, ਮਨ ਮੁਖ ਸੰਤਾਂ ਨਾਲ ਵੈਰ ਕਰ। ਦੁੱਖ
ਦੁੱਖ ਖੱਟੇ ਸੰਸਾਰਾ, ਖੋਟੇ ਖਰੇ ਪਰਖਿਆ ਨ, ਤਿਤ ਸੱਚੈ ਦਰਬਾਰਾ ਰਾਮ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੁ ਨਾ ਜਾਈ ਰਾਮ। ਜਿਤ ਭਾਵੈ ਤਿਤ ਲਾਏ ਸੀ, ਜਿਉ ਤਿਸ ਦੀ ਵਡਿਆਈ ਰਾਮ। ਜਿਉ ਤਿਸ ਦੀ ਵਡਿਆਈ ਆਪ ਕਰਾਈ, ਵਰਿ ਆਮ ਨ ਫੂਸੀ ਕੋਈ। ਜਗ ਜੀਵਨ ਤਾਤਾ ਕਰਮ ਵਿਦਾਤਾ, ਆਪੇ ਬਖਸ਼ੇ ਸੋਈ। ਗੁਰ ਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੁ ਨਾ ਜਾਈ। ਗੁਰ ਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸ ਆਖੀਐ, ਹੋਰ ਕਰਨਾ ਕਿਛੁ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਸਰੂਪ ਬਾਣੀ ਕੇ ਬੋਹਿਥ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਗੁਰੂ ਖਾਲਸਾ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਜਿਨ੍ਹਾਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਮਹਾਰਾਜ ਜੀ ਦੇ ਸੱਚਖੰਡ ਦਰਬਾਰ ਸਜ ਰਹੇ ਹੈ। ਸ੍ਰੀ ਆਸਾ ਜੀ ਦੀ ਵਾਰ ਦੇ ਜਾਪ ਆਪ ਸੰਗਤਾਂ ਨੇ ਰਾਗੀ ਸਾਹਿਬਾਨਾਂ ਦੀ ਰਸਨਾ ਤੋਂ ਬੜੇ ਪਿਆਰ ਨਾਲ ਸਰਵਣ ਕੀਤਾ ਹੈ ਕੀਰਤਨ। ਹੋਰ ਵੀ ਗੁਰੂ ਪਿਆਰੇ ਨਿਤਨੇਮੀ ਪ੍ਰੇਮੀ ਦੇਸ਼ਾਂ ਵਿਦੇਸ਼ਾਂ ਤੋਂ, ਦੂਰ ਦਰਾਡਿਆਂ ਤੋਂ ਸੰਗਤ ਚੱਲ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੀਆਂ ਹਨ। ਐਸੇ ਦੀਨ ਦਿਆਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨ ਦਿਆ। ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਹਿੰਦ ਦੇ ਧਰਮ ਨੂੰ ਕਾਇਮ ਰੱਖਿਆ, ਧਰਮ ਦੀ ਨੀਂਹ ਨੂੰ ਕਾਇਮ ਰੱਖਣ ਵਾਸਤੇ ਤਿਆਰ ਬਰ ਤਿਆਰ ਰਹਿਣ ਵਾਸਤੇ ਮਹਾਰਾਜ ਨੇ ਆਪਣਾ ਬਲੀਦਾਨ ਦਿੱਤਾ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਗੁਰੂ ਸਾਹਿਬ ਜੀ ਨੇ ਬਲੀਦਾਨ ਦਿੱਤੇ। ਜ਼ੁਲਮ ਦੀ ਤੇਗ ਗੁਰੂ ਸਾਹਿਬ ਜੀ ਦੇ ਅੱਗੇ ਖੁੰਡੀ ਪੈ ਗਈ, ਕੁਝ ਨਾ ਕਰ ਸਕੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਮ ਵਿੱਚ ਪਰਪੱਕ ਰਹਿੰਦਿਆਂ ਹੋਇਆਂ, ਧਰਮ ਦੀ ਪਰਿਭਾਸ਼ਾ ਦੱਸਦਿਆਂ ਹੋਇਆਂ, ਦੀਨਾਂ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਕੌਤਕ ਕੀਤਾ ਸੀ।
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਉਹ ਸੂਰਮੇ ਹੁੰਦੇ ਐ ਜਿਹੜੇ ਦੀਨਾਂ, ਗਰੀਬਾਂ, ਅਨਾਥਾਂ, ਮਜਲੂਮਾਂ, ਨਿਵਾਣਿਆਂ ਦੇ ਵਾਸਤੇ ਜਿਹੜੇ ਲੜਦੇ ਐ। ਉਹ ਪੰਡਿਤ ਲੋਕ ਵੀ ਸਤਿਗੁਰੂ ਪਾਸ ਦੀਨ ਬਣ ਕੇ ਆਏ ਸਨ, ਜਿਸ ਮਹਾਰਾਜ ਜੀ ਨੇ ਸੂਰਮੇ ਹੋ ਕੇ ਆਪਣਾ ਬਲੀਦਾਨ ਦਿੱਤਾ ਸੀ। ਉਹਨਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜੀ, ਜਿੱਥੇ ਬੇਅੰਤੀ ਸੰਗਤਾਂ ਗੁਰੂ ਕੀਆਂ ਜੁੜਦੀਆਂ ਹੈ, ਗੁਰਬਾਣੀ ਸਰਵਣ ਕਰਕੇ, ਕਥਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੀਆਂ ਹਨ। ਸੋ ਸਾਧ ਸੰਗਤ ਜੀ, ਨਿਤਨੇਮ ਦੇ ਅਨੁਸਾਰ, ਗੁਰੂ ਘਰ ਦੀ ਮਰਿਆਦਾ ਅਨੁਸਾਰ, ਜਿਵੇਂ ਰੋਜ਼ਾਨਾ ਹੀ ਆਪ ਸੰਗਤਾਂ ਦੇ ਸਨਮੁਖ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਜੀ, ਆਪ ਜੀ ਨੂੰ ਸਵੇਰੇ ਸ਼ਾਮ, ਸਵੇਰੇ ਅੰਮ੍ਰਿਤਮਈ ਗੁਰਬਾਣੀ ਦੀ ਕਥਾ, ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਾ ਕੇ ਨਿਹਾਲ ਕਰਦੇ ਹਨ। ਹੁਣ ਵੀ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਹੁਕਮਨਾਮੇ ਆਏ ਹੈ, ਉਹਨਾਂ ਦੀ ਵਿਚਾਰ ਸਰਵਣ ਕਰਨ ਲਈ, ਜੋੜਨ ਲਈ ਆਪ ਸੰਗਤਾਂ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ, ਸੁਸ਼ੋਭਿਤ ਹੋ ਰਹੇ ਹੋ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ, ਜਿਨ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਜੀ ਆਪ ਬੇਅੰਤ ਘਾਲ ਕਮਾਈ ਕੀਤੀ। ਬਹੁਤ ਵੱਡੀ ਜਿਹੜੀ ਦੁਨਿਆਵੀ ਉਮਰਾ ਸਤਿਗੁਰੂ ਜੀ ਦੀ 84 ਸਾਲ ਦੇ ਕਰੀਬ, ਤੇ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਿੱਖਿਆ ਹੀ ਦਿੱਤੀ ਹੈ ਕਿ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭਾਵੇਂ ਬਚਪਨਾ ਹੈ, ਭਾਵੇਂ ਜਵਾਨੀ ਹੈ, ਭਾਵੇਂ ਬੁਢੇਪਾ ਹੈ, ਸਾਰੇ ਸਮੇਂ ਲਾਹੇ ਦੇ ਹੈ, ਪ੍ਰਾਪਤ ਕਰ ਸਕੀਦਾ ਉਸ ਮਾਲਕ ਨੂੰ। ਤੇ ਬੇਅੰਤ ਸੇਵਾ ਕੀਤੀ ਤੇ ਬਚਨ ਕੀਤੇ ਗੁਰ ਸੇਵਾ, ਤਪਾਂ ਸਿਰ ਤਪਸਾਰ। ਭਾਈ ਹੋਰ ਕੋਈ ਤਪ ਕਰਨ ਦੀ ਜ਼ਰੂਰਤ ਨਹੀਂ ਹੈ, ਗੁਰੂ ਦੀ ਜਿਹੜੀ ਸੇਵਾ ਕਰਨੀ ਹੈ ਨਾ, ਅਠੇ ਪੈਰ, ਇਹ ਬੇਅੰਤ ਤਪਾਂ ਸਿਰ ਤਪਸਾਰ ਮਹਾਨ ਤਪ ਹੈ। ਐਸੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੇ ਬੇਅੰਤੀ ਕੌਤਕ ਕੀਤੇ। ਤੇ ਮਹਾਰਾਜ ਜੀ ਦੇ ਸੰਬੰਧ ਵਿੱਚ ਸਵਈਆਂ ਵਿੱਚ ਬਚਨ ਆਉਂਦੇ ਹੈ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀਹ ਕਛ ਕਹੀ ਨਾ ਜਾਈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਾਨ ਪਵਿੱਤਰ ਕਥਾ ਹੈ। ਸਾਧ ਸੰਗਤ ਜੀ, ਇੱਕ ਰਸਨਾ ਦੇ ਨਾਲ ਸਾਡੇ ਵਰਗੇ ਜੀਵ ਮਹਾਰਾਜ ਦੀ ਸਿਫਤ ਕਰ ਨਹੀਂ ਸਕਦੇ। ਜਿਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਬੇਅੰਤ ਸੇਵਾ ਕੀਤੀ, ਨਾਮ ਦੀ ਪ੍ਰਾਪਤੀ ਕੀਤੀ, ਅਥਵਾ ਗੁਰੂ ਸਾਹਿਬ ਆਪ ਹੀ ਗੁਰੂ ਅੰਗਦ ਦੇਵ ਮਹਾਰਾਜ ਸਨ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਹੀ ਸਨ। ਵੈਸੇ ਜਿਸ ਤਰ੍ਹਾਂ ਸਾਨੂੰ ਭਾਵਨਾ ਸਿਖਾਈ ਹੈ, ਉਹ ਗੁਰੂ ਸਾਹਿਬ ਮਹਾਰਾਜ ਦੇ ਅੱਜ ਪਾਵਨ ਪਵਿੱਤਰ ਹੁਕਮਨਾਮੇ ਦੇ ਰੂਪ ਵਿੱਚ ਵਚਨ ਆਏ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਜੋ ਸਿੱਖਿਆ ਦੇ ਰਹੇ ਹੈ, ਆਓ ਆਪਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਮਨ ਨੂੰ ਜੋੜ ਕਰਕੇ ਕਥਾ ਨੂੰ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਰਤਨ ਪਦਾਰਥ ਬਣ ਜੀਐ ਹੈ, ਸਤਿਗੁਰ ਦਿਆ 부ਝਾਈ RAM। ਵਡਹੰਸ ਰਾਗ ਹੈ, ਮਹੱਲਾ ਤੀਜਾ, ਤੀਸਰੇ ਸਰੂਪ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਕਨਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗ੍ਰੰਥ ਨਾ ਆਵੈ। ਐਸੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਜੀ। ਰਤਨ ਪਦਾਰਥ ਬਣ ਜੀਐ ਹੈ। ਮਹਾਰਾਜ ਜੀ ਕਹਿੰਦੇ ਹੈ,
ਸਾਰਾ ਸੰਸਾਰ ਵਣਜ ਵਪਾਰ ਕਰਦਾ ਹੈ, ਪਰ ਵਣਜ ਵਪਾਰ ਕਿਹੜਾ ਕਰਨਾ ਚਾਹੀਦਾ ਹੈ? ਮਹਾਰਾਜ ਕਹਿੰਦੇ ਉਹ ਹੈ ਨਾਮ ਰਤਨ, ਇੱਕ ਹੈ ਜਨਮ ਰਤਨ, ਇੱਕ ਹੈ ਸਾਧ ਸੰਗਤ ਜੀ ਸ਼ਬਦ ਰਤਨ। ਸ੍ਰੀ ਆਨੰਦ ਸਾਹਿਬ ਜੀ ਵਿੱਚ ਮਹਾਰਾਜ ਦੇ ਬਚਨ ਆਉਂਦੇ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਗੁਰੂ ਦਾ ਜਿਹੜਾ ਸ਼ਬਦ ਹੈ ਸਾਧ ਸੰਗਤ ਜੀ ਮਹਾਨ ਰਤਨ ਹੈ, ਜਿਸ ਵਿੱਚ ਸਤ ਸੰਤੋਖ ਦਇਆ ਧਰਮ ਵਿਰਾਗ ਬੇਅੰਤ ਜਿਹੜੇ ਦੈਵੀ ਗੁਣ ਹੈ, ਉਸ ਦੈਵੀ ਗੁਣਾ ਰੂਪੀ ਜਿਹੜੇ ਹੀਰੇ ਜੜੇ ਹੋਏ ਹੈ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਇਹ ਗੁਰੂ ਸਾਹਿਬ ਜੀ ਦਾ ਸ਼ਬਦ ਰਤਨ ਹੈ, ਤੇ ਗੁਰੂ ਸਾਹਿਬ ਦਾ ਦੂਸਰਾ ਰਤਨ ਕੀ? ਨਾਮ ਰਤਨ। ਮਹਾਰਾਜ ਕਹਿੰਦੇ ਭਾਈ ਜੇ ਵਪਾਰ ਕਰਨਾ ਹੀ ਹੈ ਜਨਮ ਪਦਾਰਥ ਨੂੰ ਪਾ ਕੇ, ਜਨਮ ਰਤਨ ਨੂੰ ਪਾ ਕੇ, ਤੇ ਭਾਈ ਵਣਜੀ ਹੈ ਇਹ ਨਾਮ ਰਤਨ ਦਾ ਵਣਜੀ ਹੈ, ਵਪਾਰ ਕਰੋ। ਸਤਿਗੁਰ ਦੀਆ 부ਝਾਏ RAM। ਜੇ ਤੁਸੀਂ ਪੁੱਛੋ ਵੀ ਇਹ ਕਿਸ ਨੇ ਦੱਸਿਆ ਹੈ, ਤੇ ਗੁਰੂ ਸਾਹਿਬ ਇਸ ਦਾ ਜਵਾਬ ਦਿੰਦੇ ਆ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਉਹਨਾਂ ਸਤਿਗੁਰਾਂ ਨੇ ਇਹ ਬੁਝਾਈ ਕੇ ਸਮਝਾ ਦਿੱਤਾ ਹੈ, ਭਾਈ ਜੇ ਪਦਾਰਥ ਕੋਈ ਰਤਨ ਪਦਾਰਥ ਚਾਹੁੰਦੇ ਹੋ ਤੇ ਉਹ ਤਾਂ ਹੈ ਨਾਮ ਰਤਨ, ਇਸ ਦਾ ਵਪਾਰ ਕਰੋ। ਹੈ ਭਾਈ ਪਿਆਰਿਓ, ਇਹ ਨਾਮ ਰਤਨ ਦਾ ਜਿਨ੍ਹਾਂ ਨੇ ਵਪਾਰ ਕੀਤਾ ਉਹਨਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਪਿਆ ਹੈ। ਲਾਹਾ ਲਾਭ ਹਰ ਭਗਤ ਹੈ। ਜੇ ਲਾਹਾ ਹੈ ਤਾਂ ਇੱਕੋ ਇੱਕ ਹੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ। ਲਾਹਾ ਲਾਭ ਹਰ ਭਗਤ ਹੈ, ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਗਵਾਇਆ। ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀਓ। ਇਹ ਸਾਰੇ ਜੀਵ ਇਸ ਸੰਸਾਰ ਦੇ ਇਕੱਠੇ ਹੋ ਕੇ ਆਏ, ਪਰ ਇੱਕ ਦਿਨ ਦੋ ਰਾਹ ਹੋ ਜਾਂਦੇ ਹੈ ਕਿ ਜਿਹੜਾ ਪਰਲੋਕ ਘਰ ਹੈ ਉਹਦੇ ਵਿੱਚ ਜਾਂਦੇ ਆ ਜੀਵ ਵਾਟ ਵਟਾ ਕੇ, ਰਸਤੇ ਵਟਾ ਕੇ। ਉਹ ਕੀ ਹੈ? ਇੱਕ ਹੈ ਮਨਮੁਖ, ਇੱਕ ਹੈ ਗੁਰਮੁਖ। ਗੁਰਮੁਖ ਤੇ ਸੰਸਾਰ ਜੀਵਨ ਦੇ ਵਿੱਚ ਆ ਕੇ ਗੁਰਮੁਖ ਲਾਹਾ ਲੈ ਗਏ, ਉਹ ਇਸ ਨਾਮ ਰਤਨ ਦਾ, ਰਤਨ ਪਦਾਰਥ ਦਾ ਲਾਹਾ ਲੈ ਜਾਂਦੇ, ਐਸਾ ਵਪਾਰ ਕਰਦੇ ਹੈ। ਤੇ ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਲੋਕ ਜਿਹੜੇ ਐ ਸਾਧ ਸੰਗਤ ਜੀ ਆਪਣਾ ਮੂਲ, ਜੋ ਮੂਲ ਸੀ ਨਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਪਰਮੇਸ਼ਰ ਜੋ ਆਪਣੀ ਜੋਤ ਹੈ, ਜੋ ਆਪਣਾ ਸਵੈ ਸਰੂਪ ਹੈ, ਉਸ ਨੂੰ ਭੁੱਲ ਜਾਂਦੇ ਹੋ, ਉਹਨੂੰ ਗਵਾ ਜਾਂਦੇ ਮਨਮੁਖ। ਇਸ ਤਰ੍ਹਾਂ ਉਹਨਾਂ ਨੂੰ ਘਾਟਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਆ ਜੇ ਲਾਹਾ ਹੈ ਭਾਈ ਦੁਨਿਆਵੀ ਪਦਾਰਥਾਂ 'ਚ ਤਾਂ ਕੋਈ ਲਾਹਾ ਨਹੀਂ ਹੈ, ਕੋਈ ਲਾਭ ਨਹੀਂ ਹੈ, ਇਹਦੇ ਵਿੱਚ ਤੇ ਹਾਨੀ ਹਾਨੀ ਹੈ। ਲਾਹਾ ਲਾਭ ਹਰ ਭਗਤ ਹੈ, ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਹੈ, ਅੱਠੇ ਪੈਰ ਸਿਮਰਨ ਕਰਨਾ, ਹਰ ਵੇਲੇ ਉਸ ਪਰਮੇਸ਼ਰ ਦਾ ਚਿੰਤਨ ਕਰਨਾ, ਇਸ ਹਰ ਭਗਤੀ ਦੇ ਵਿੱਚ ਹੀ ਲਾਹਾ ਹੈ, ਲਾਭ ਹੈ। ਗੁਣ ਮਹਿ ਗੁਣੀ ਸਮਾਏ RAM। ਜਿਨ੍ਹਾਂ ਗੁਰਮੁਖਾਂ ਨੇ ਐਸਾ ਜਾਣਿਆ ਸਾਧ ਸੰਗਤ ਜੀ, ਉਹਨਾਂ ਦੇ ਹਿਰਦੇ ਵਿੱਚ ਸ਼ੁਭ ਗੁਣ ਭਰ ਜਾਂਦੇ ਹੈ। ਉਹ ਸੱਚ ਬੋਲਣ ਲੱਗ ਪੈਂਦੇ ਹੈ, ਉਹ ਸੰਤੋਖੀ ਹੋ ਜਾਂਦੇ ਹੈ, ਇਸੇ ਪ੍ਰਕਾਰ ਉਹ ਧਰਮੀ ਹੋ ਜਾਂਦੇ ਹੈ। ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ। ਇਸ ਤਰ੍ਹਾਂ ਧਰਮ ਵਿੱਚ ਪਰਪੱਕ ਹੋ ਜਾਂਦੇ, ਵੈਰਾਗੀ ਹੋ ਜਾਂਦੇ। ਉਹਨਾਂ ਦੇ ਅੰਦਰ ਦਇਆ ਭਰ ਜਾਂਦੀ ਹੈ, ਉਹਨਾਂ ਦੇ ਅੰਦਰ ਕਰੁਣਾ, ਸਹਿਣਸ਼ੀਲਤਾ, ਸਰਲ ਸੁਭਾਅ, ਨਿਹਕਪਟ ਸੁਭਾਅ, ਇਹ ਗੁਣ ਭਰ ਜਾਂਦੇ। ਉਹ ਗੁਣ ਹਿਰਦੇ ਵਿੱਚ ਸਮਾਉਣੇ ਕਰਕੇ ਜੋ ਗੁਣੀ ਹੈ, ਭਾਵ ਗਿਆਨ ਸਰੂਪ ਪਰਮੇਸ਼ਰ ਹੈ, ਉਹਦੇ ਵਿੱਚ ਉਹਨਾਂ ਦੀ ਸਮਾਈ ਹੁੰਦੀ ਹੈ, ਲੀਨਤਾ ਹੁੰਦੀ, ਉਹ ਸਮਾ ਜਾਂਦੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਐਸੀ ਵਿਸ਼ਰਾਮਤਾ ਪਾ ਲੈਂਦੇ, ਲੀਨ ਹੋ ਜਾਂਦੇ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਗੁਣ ਮਹਿ ਗੁਣੀ ਸਮਾਏ, ਜਿਸ ਆਪ 부ਝਾਏ। ਅਸਲ ਵਿੱਚ ਮਹਾਰਾਜ ਕਹਿੰਦੇ ਜਿਹੜੇ ਹਿਰਦੇ ਵਿੱਚ ਸ਼ੁਭ ਗੁਣ ਹੈ ਨਾ,
ਤੇ ਉਹ ਜਿਹੜਾ ਗੁਣੀ ਪਰਮੇਸ਼ਰ ਜਾਂ ਗਿਆਨ ਸਰੂਪ ਪਰਮੇਸ਼ਰ 'ਚ ਜਿਹੜੀ ਸਮਾਇਤਾ ਹੋ ਜਾਣੀ, ਲੀਨਤਾ ਹੋ ਜਾਣੀ ਹੈ, ਇਹਦਾ ਇੱਕੋ ਇੱਕ ਹੀ ਕਾਰਨ ਹੈ, ਜਿਸ ਆਪ ਬਜਾਏ, ਜਿਸ ਨੂੰ ਗੁਰੂ ਸਾਹਿਬ, ਜਿਸ ਨੂੰ ਪਰਮੇਸ਼ਰ ਆਪ ਗੁਰੂ ਸਾਹਿਬ ਰੂਪ ਦੇ ਵਿੱਚ ਹੋ ਕੇ ਸਮਝਾ ਬੁਝਾ ਦੇਣ, ਸਾਧ ਸੰਗਤ ਜੀ ਉਹੀ ਇਹ ਗੱਲ ਸਮਝ ਸਕਦਾ ਹੈ। ਜਿਸ ਨੂੰ ਮਹਾਰਾਜ ਸਮਝਾ ਦੇਣ, ਕੀ ਸਮਝਾ ਦੇਣ ਦੱਸਦੇ ਹਨ ਮਹਾਰਾਜ ਜੀ? ਲਾਹਾ ਭਗਤ ਸਹਿ ਸਾਰੇ। ਇਹ ਭਾਈ ਤੂੰ ਕਿੱਧਰ ਲਾਹਾ ਖੱਟਦਾ ਫਿਰਦਾ ਹੈ? ਲਾਹਾ ਤੇ ਪਰਮੇਸ਼ਰ ਦੀ ਭਗਤੀ ਵਿੱਚ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਇਹ ਸੰਸਾਰ ਵਿੱਚ ਰਹਿੰਦਿਆਂ ਤੂੰ ਦੁਨਿਆਵੀ ਪਦਾਰਥਾਂ ਵਿੱਚ ਲਾਹਾ ਲੱਭਦਾ ਹੈ ਵੀ ਉੱਥੇ ਲਾਹਾ ਹੈ, ਮੈਨੂੰ 5000 ਦਾ ਨਫਾ ਹੋ ਗਿਆ, ਮੈਨੂੰ 10 ਦਾ ਹੋ ਗਿਆ। ਗੁਰੂ ਸਾਹਿਬ ਕਹਿੰਦੇ ਆ ਜਿਸ ਆਪ ਬਜਾਏ, ਜਿਸ ਨੂੰ ਸਮਝਾ ਦੇਵੇ ਪਰਮੇਸ਼ਰ, ਸਾਧ ਸੰਗਤ ਜੀ ਇਹ ਸੰਸਾਰ ਵਿੱਚ ਰਹਿੰਦਾ ਉਹ ਸਮਝ ਜਾਂਦੇ ਵੀ ਜੇ ਇਹ ਜਨਮ ਪਦਾਰਥ ਦਾ, ਇਹ ਸਰੀਰ ਪਾਉਣ ਦਾ ਜੇ ਕੋਈ ਲਾਹਾ ਹੈ ਤਾਂ ਪਰਮੇਸ਼ਰ ਦੀ ਭਗਤੀ ਦਾ ਹੀ ਲਾਹਾ ਹੈ। ਜਿਸ ਕਰਕੇ ਉਹ ਫਿਰ ਨਾਮ ਦੀ ਕਮਾਈ ਬੇਅੰਤ ਕਰਦੇ ਆ। ਕਦੇ ਲੋਕਾਂ ਮੰਨਿਆ ਹੈ ਮਹਾਰਾਜ ਇਹ ਜਿਹੜੇ ਨਾਚ ਗਾਣੇ ਆ ਇਹਨਾਂ ਨੂੰ ਵੇਖ ਕੇ ਸੁੱਖ ਹੋਊਗਾ। ਗੁਰੂ ਸਾਹਿਬ ਕਹਿੰਦੇ ਸੁੱਖ ਨਾਹੀ ਬਹੁ ਨਿਰਤ ਨਾਟੇ। ਇਹ ਨਿਰਤਕਾਰੀਆਂ ਵੇਖਣ 'ਚ ਵੀ ਕੋਈ ਸੁੱਖ ਨਹੀਂ ਹੈ ਮਹਾਰਾਜ ਜੀ। ਫਿਰ ਸੁੱਖ ਦੇਸ਼ਾਂ ਪ੍ਰਦੇਸ਼ਾਂ 'ਚ ਕਮਾਇਆ ਹੋ ਸਕਦਾ ਨਾ, ਜਦੋਂ ਖੁੱਲੇ ਪੈਸੇ ਕਮਾਵਾਂਗੇ। ਮਹਾਰਾਜ ਕਹਿੰਦੇ ਸੁੱਖ ਨਾਹੀ ਬਹੁ ਦੇਸ਼ ਕਮਾਈ। ਫਿਰ ਗੁਰੂ ਸਾਹਿਬ ਜੀ ਸੁੱਖ ਇਹ ਸੰਸਾਰ ਤੇ ਹੈ ਕਿੱਥੇ ਹੈ? ਮਹਾਰਾਜ ਕਹਿੰਦੇ ਸਰਬ ਸੁੱਖਾ ਹਰ ਹਰ ਗੁਣ ਗਾਏ। ਪਰਮੇਸ਼ਰ ਦੇ ਗੁਣ ਗਾਉਣ ਜੀ ਸੁੱਖ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸੁਣਿਆ ਦੁਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ। ਉਹਨਾਂ ਦੇ ਭਗਤਾਂ ਦੇ ਚਿੱਤ ਖਿੜੇ ਰਹਿੰਦੇ ਐ। ਬਿਨਾਂ ਭਗਤੀ ਤੋਂ ਭਾਈ ਸੁਖ ਕਦੀ ਹੋ ਹੀ ਨਹੀਂ ਸਕਦਾ। ਤੇ ਦੂਜਾ ਪਤ ਖੋਈ। ਇਹ ਦੂਜੇ ਕਈ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਜਿੰਨੇ ਪ੍ਰੇਮ ਹੈ ਸਾਧ ਸੰਗਤ ਜੀ, ਸਾਰੇ ਦੂਜੇ ਪ੍ਰੇਮ ਹੈ। ਉਹ ਚਾਹੇ ਸਰੀਰਾਂ ਦੇ ਪ੍ਰੇਮ ਲਾ ਲਓ, ਉਹ ਵੀ ਇੱਕ ਮਾਇਆ ਹੀ ਹੈ। ਸਰੀਰ ਇਹ ਚੇਤਨ ਮਾਇਆ, ਸਰੀਰਾਂ ਦੇ ਮੋਹ, ਤੇ ਇੱਕ ਜੜ ਮਾਇਆ ਪੈਸਾ ਧਨ ਦੌਲਤ ਪ੍ਰਾਪਰਟੀ। ਇਹ ਦੂਜੇ ਮਾਇਆ ਦੇ ਵਿੱਚ ਲੱਗ ਕੇ ਪਤ ਖੋਈ ਗਵਾ ਲਈ ਹੈ। ਗੁਰਮਤਿ ਨਾਮ ਆਧਾਰੇ। ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਮਝਾ ਦਿੱਤਾ ਹੈ, ਉਹਨਾਂ ਨੇ ਤੇ ਗੁਰੂ ਕੀ ਮੱਤ ਲੈ ਲਈ ਹੈ। ਗੁਰੂ ਕੀ ਮੱਤ ਦੇ ਨਾਲ ਨਾਮ ਸਿਮਰਦੇ ਆ, ਜਿਨ੍ਹਾਂ ਨੇ ਨਾਮ ਦਾ ਆਧਾਰੋ ਕਹੀਏ ਆਸਰਾ ਲੈ ਲਿਆ। ਤਾਂ ਹੀ ਸਤਿਗੁਰੂ ਸਾਨੂੰ ਸਿੱਖਿਆ ਦਿੰਦੇ ਨਾ, ਜਿਹੜੇ ਗੁਰਸਿੱਖ ਸੁਖਮਨੀ ਸਾਹਿਬ ਦਾ ਜਾਪ ਕਰਦੇ, ਮਹਾਰਾਜ ਕਹਿੰਦੇ ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹੇ ਭਾਈ ਗੁਰੂ ਦੀ ਮੱਤ ਲੈ। ਨਹੀਂ ਮਹਾਰਾਜ ਮੈਂ ਥੋੜੀ ਆਪਣੀ ਚਲਾਉਣਾ ਚਾਹੁੰਦਾ ਹਾਂ। ਮਹਾਰਾਜ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ, ਹੁਕਮ ਬੂਝ ਸੁਖ ਪਾਈਏ ਰੇ। ਹੁਕਮ ਪਰਮੇਸ਼ਰ ਦਾ ਬੁੱਝ ਗੁਰੂ ਸਾਹਿਬ ਤੈਨੂੰ ਕਹਿਣਾ ਕੀ ਚਾਹੁੰਦੇ? ਮਨ ਕੀ ਮਤ ਤਿਆਗੀਏ, ਸੁਣੀਏ ਉਪਦੇਸ਼। ਗੁਰੂ ਕਾ ਉਪਦੇਸ਼ ਸੁਣੀਏ, ਗੁਰੂ ਦੀ ਸਿੱਖਿਆ ਸੁਣੀਏ, ਕਿੰਤੂ ਪਰੰਤੂ ਨਾ ਕਰੀਏ। ਇਹ ਨਾ ਕਹੀਏ ਮਹਾਰਾਜ ਇਹ ਨਹੀਂ ਹੋ ਸਕਦਾ, ਇੱਦਾਂ ਦੇ ਕਹੀਏ ਨਾ। ਮਹਾਰਾਜ ਕਹਿੰਦੇ ਅੱਠੇ ਪੈਰ ਬੰਦਗੀ ਕਰੋ। ਮਹਾਰਾਜ ਅੱਠੇ ਪੈਰੀ ਬੰਦਗੀ ਕਰਾਂਗੇ ਤੇ ਪ੍ਰਸ਼ਾਦਾ ਕਿੱਥੋਂ ਛਕਾਂਗੇ? ਭਾਈ ਮਹਾਰਾਜ ਨੂੰ ਸਭ ਫਿਕਰ ਹੈ, ਜਿਸ ਦਾ ਨਾਮ ਜਪੇਗਾ ਕਿ ਉਹ ਤੈਨੂੰ ਕੋਈ ਵਾਂਝਾ ਥੋੜੀ ਰਹਿਣ ਦੇਵੇਗਾ। ਉਹ ਪਰਮੇਸ਼ਰ ਨੂੰ ਸਭ ਦਾ ਫਿਕਰ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਦੇ ਮਾਲਕ ਜਲ ਦੇ ਵਿੱਚ ਦੇ ਰਿਹਾ ਹੈ, ਮਾਰੂ ਥਲਾਂ ਤੇ ਪ੍ਰਸ਼ਾਦਾ ਪਾਣੀ ਜੀਵਾਂ ਨੂੰ ਦੇ ਰਿਹਾ, ਸਭ ਕੁਝ ਦੇ ਰਿਹਾ ਜੋ ਜੀ ਕਿਸੇ ਦੀ ਖੁਰਾਕ ਹੈ। ਇਸ ਪ੍ਰਕਾਰ ਗੁਰੂ ਦੀ ਮੱਤ ਲੈ ਭਾਈ। ਹਾਂ ਇੱਕ ਗੱਲ ਪੱਕੀ ਹੈ ਕਿ ਮਨ ਦੀ ਮੱਤ ਤਿਆਗਣੀ ਛੱਡਣੀ ਔਖੀ ਬੜੀ ਹੈ। ਮਨ ਕੀ ਮੱਤ ਤਿਆਗੋ ਹਰ ਜਨ। ਇੱਕ ਗੱਲ ਹੈ, ਇਹ ਬਾਤ ਕਠਿਆਨੀ ਹੈ ਬੜੀ ਕਠਿਨ, ਕਿਉਂਕਿ ਬੰਦਾ ਛੱਡਣ ਨੂੰ ਤਿਆਰ ਨਹੀਂ। ਗੁਰ ਕੀ ਮੱਤ ਤੂੰ ਲੇਹ ਆਨੇ। ਗੁਰੂ ਦੀ ਮੱਤ ਲੈ। ਗੁਰੂ ਦੀ ਮੱਤ ਕੀ ਹੈ? ਚੱਲ ਆਗੇ ਉਠ ਨਾਮ ਜਪ, ਨਿਸਬਾਸਰ ਆਰਾਧ। ਅੰਮ੍ਰਿਤ ਵੇਲੇ ਉਠ, ਗੋ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ। ਇਹ ਗੁਰੂ ਕਾ ਸਿੱਖ ਬਣ, ਤੇ ਗੁਰੂ ਕਾ ਸਿੱਖ ਬਣ ਕੇ ਗੁਰੂ ਕੀ ਮੱਤ ਲੈ, ਅੰਮ੍ਰਿਤ ਪਾਨ ਕਰ। 5 ਬਾਣੀਆਂ ਦਾ ਸਵੇਰੇ ਸ਼ਾਮ ਨੂੰ ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਸਾਹਿਬ ਬਰਾਜਣ ਵੇਲੇ, ਹੋਰ ਬੇਅੰਤ ਬਾਣੀ, ਨਾਮ ਸਿਮਰਨ, ਜਿੰਨਾ ਤੁਸੀਂ ਕਰ ਸਕਦੇ ਵੱਧ ਤੋਂ ਵੱਧ, ਜਿੰਨਾ, ਕਿਉਂਕਿ ਸੰਸਾਰ ਤੇ ਜਨਮ ਹੀ ਇਸ ਕੰਮ ਨੂੰ ਹੋਇਆ। ਇਹ ਗੁਰੂ ਦੀ ਮੱਤ ਲੈ।
ਜਿਨ੍ਹਾਂ ਨੇ ਗੁਰੂ ਦੀ ਮੱਤ ਲਈ ਤੇ ਨਾਮ ਦਾ ਆਸਰਾ ਲਿਆ ਹੈ ਉਹਨਾਂ ਨੇ ਸੁਖ ਪਾਇਆ। ਬਿਨਾਂ ਭਗਤੀ ਤੋਂ ਸੁਖ ਕਿੱਥੇ ਹੈ ਭਾਈ? ਦੂਜੀ ਵਿੱਚ ਮਾਇਆ ਵਿੱਚ ਲੱਗ ਕੇ ਤੇ ਸਭ ਨੇ ਇੱਜ਼ਤ ਪੱਤ ਗਵਾਈ ਹੈ, ਕਲੰਕਿਤ ਹੋਏ ਹਨ। ਵਖਰ ਨਾਮ ਸਦਾ ਲਾਭ ਹੈ। ਬੜੇ ਸੌਦੇ ਖਰੀਦਦੇ ਹਾਂ, ਪਰ ਗੁਰੂ ਸਾਹਿਬ ਕਹਿੰਦੇ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ, ਜਿਹੜਾ ਨਹੀਂ ਹੈ ਆਮ, ਭਾਵ ਜਿਹੜਾ ਪ੍ਰਸਿੱਧ ਹੈ ਨਾਮ, ਉਹ ਕੀ ਹੈ? ਸਤਨਾਮ ਵਾਹਿਗੁਰੂ। ਇਹ ਸਤਨਾਮ, ਇਹਦਾ ਇਸ ਵਖਰ ਕੀ ਸੌਦਾ ਖਰੀਦ, ਇਹਦਾ ਪੁੱਛੇ ਤੇ ਕੀ ਲਾਭ ਹੈ? ਗੁਰੂ ਸਾਹਿਬ ਕਹਿੰਦੇ ਇੱਕ ਦਿਨ ਥੋੜੀ ਲਾਭ ਹੈ, ਸਦਾ ਹੀ ਲਾਭ ਹੈ। ਸਦਾ ਹੀ, ਸਦਾ ਹੀ, ਸਦਾ ਹੀ ਕਲਾ ਵਰਤਦੀਆਂ। ਜਿਹੜੇ ਨਾਮ ਜਪਦੇ ਆ ਉਹਨਾਂ ਤੇ ਸਦਾ ਹੀ ਮਹਾਰਾਜ ਮਿਹਰਬਾਨ ਰਹਿੰਦੇ, ਉਹਨਾਂ ਦੀ ਰੱਖਿਆ ਕਰਦੇ ਆ। ਸੇਵਕ ਕੋ ਨਿਗਟੀ ਹੋਏ ਦਿਖਾਵੇ, ਨੇੜੇ ਹੋ ਕੇ ਦਿਖਾਉਂਦੇ ਆ। ਇੱਕ ਦਿਨ ਨਹੀਂ ਲਾਹਾ, 2 ਦਿਨ ਨਹੀਂ ਲਾਹਾ, 5 ਸਾਲ ਨਹੀਂ ਲਾਹਾ, 20 ਸਾਲ ਨਹੀਂ ਲਾਹਾ। ਇਹਦੇ ਭਾਈ ਇੱਥੇ ਲੋਕ ਵਿੱਚ ਵੀ ਲਾਹਾ ਤੇ ਪਰਲੋਕ ਵਿੱਚ ਵੀ ਲਾਹਾ। ਸਦਾ ਹੀ ਲਾਭ ਹੈ ਨਾਮ ਸੌਦੇ ਦਾ। ਜਿਸਨੂੰ ਏਤ ਵਪਾਰ ਲਾਏ, ਜਿਸ ਨੂੰ ਉਹ ਪਰਮੇਸ਼ਰ ਇਸ ਵਪਾਰ ਦੇ ਵਿੱਚ ਲਾਏ ਨਾ, ਜਿਸ ਨੂੰ ਮਹਾਰਾਜ ਇਸ ਵਪਾਰ ਦੇ ਵਿੱਚ ਲਾ ਦੇ ਵੀ ਭਾਈ ਨਾਮ ਦਾ ਹੀ ਸੌਦਾ ਖਰੀਦ, ਗੁਰੂ ਰੂਪੀ ਹੱਟ ਤੋਂ ਜਾਂ ਸਾਧ ਸੰਗਤ ਰੂਪੀ ਹੱਟ ਤੋਂ, ਰਤਨ ਪਦਾਰਥ ਬਣ ਜੀਐ ਹੈ। ਤਾਂ ਮਹਾਰਾਜ ਕਹਿੰਦੇ ਆ ਉਹ ਭਾਗਾਂ ਵਾਲੇ ਹੋ ਜਾਂਦੇ। ਤੁਹਾਨੂੰ ਭਾਈ ਸਿੱਖਿਆ ਦੇਣੇ ਆ, ਇਹ ਸਿੱਖੋ। ਰਤਨ ਪਦਾਰਥ, ਉਹ ਨਾਮ ਰਤਨ ਜਿਹੜਾ ਹੈ, ਗੁਰੂ ਦਾ ਸ਼ਬਦ ਰੂਪੀ ਰਤਨ ਜਿਹੜਾ ਹੈ, ਉਸ ਪਦਾਰਥ ਨੂੰ ਵਣਜੀ ਹੈ, ਵਪਾਰ ਕਰੀਏ। ਜਾਂ ਸਤ ਗੁਰ ਦੇ 부ਝਾਏ, ਰਤਨ ਪਦਾਰਥ ਦਾ ਵਪਾਰ ਵੀ ਤਾਂ ਹੀ ਹੁੰਦਾ ਜਾਂ ਜੇਕਰ ਸਤਿਗੁਰੂ ਬੁਝਾ ਦੇਣ, ਇਹ ਸਿੱਖਿਆ ਦੇ ਦੇਣ, ਇਹ ਸਮਝ ਪੈ ਜਾਵੇ। ਨਹੀਂ ਤੇ ਹੋਰ ਹੀ ਵਪਾਰੇ ਜੀਵ ਕਰਦਾ ਰਹਿੰਦਾ ਹੈ। ਸਾਰੀ ਉਮਰ ਨਾਮ ਨਹੀਂ ਜਪਿਆ ਜਾਂਦਾ। ਨਾਮ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪਹਿ ਪਹਿ ਸੋਇਆ। ਅੰਮ੍ਰਿਤ ਵੇਲੇ ਸਗੋਂ ਜਿਆਦੀ ਨੀਂਦ ਆਉਂਦੀ ਹੈ। ਜਿਸ ਨੂੰ ਸਤਿਗੁਰੂ ਮਹਾਰਾਜ ਬੁਝਾ ਦੇਣ, ਉਹੀਓ ਇਹ ਰਤਨ ਪਦਾਰਥ ਵਣਜ ਸਕਦਾ, ਵਪਾਰ ਕਰ ਸਕਦਾ ਹੈ। ਮਾਇਆ ਮੋਹ ਸਭ ਦੁੱਖ ਹੈ। ਗੁਰੂ ਸਾਹਿਬ ਕਹਿੰਦੇ ਆ, ਹਰੇਕ ਬੰਦਾ ਕਹਿੰਦਾ ਮਹਾਰਾਜ ਮਾਇਆ ਵਿੱਚ ਬੜਾ ਸੁੱਖ ਹੈ। ਗੁਰੂ ਸਾਹਿਬ ਕਹਿੰਦੇ ਮਾਇਆ ਦਾ ਤੇ ਭਾਈ ਜਿਹੜਾ ਮੋਹ ਤੇ ਸਭ ਦੁੱਖਦਾਈ ਹੈ। ਮਾਇਆ ਵੀ ਦੁੱਖਦਾਈ ਹੈ। ਹੁਣ ਕੋਈ ਕਹਿ ਦੇ ਵੀ ਫਿਰ ਇਹ ਜਿਹੜੇ ਕਥਾਵਾਚਕ ਗਿਆਨੀ ਇਹ ਵੀ ਤੇ ਮਾਇਆ ਲੈਂਦੇ ਹੀ ਹੈ ਨਾ। ਗੁਰੂ ਸਾਹਿਬ ਦਾ ਸਿਧਾਂਤ ਇਹ ਹੈ ਵੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਨ ਨਾਲ ਸਾਧ ਸੰਗਤ ਜੀ ਮਾਇਆ ਵਿੱਚ ਲੈ ਕੇ ਨਿਰਲੇਪ ਹਨ, ਬੇਅੰਤ ਬੇਅੰਤ ਉਹਨਾਂ ਦੀ ਪ੍ਰਾਪਰਟੀ ਹੈ, ਫਿਰ ਵੀ ਉਹ ਗੁਰੂ ਸਾਹਿਬ ਨਾਲ ਜੁੜੇ, ਅੰਮ੍ਰਿਤ ਵੇਲਾ ਨਹੀਂ ਕਦੇ ਟੁੱਟਣ ਦਿੰਦੇ। ਸ਼ਾਮ ਵੇਲੇ ਜੁੜਦੇ ਆ, ਆਪਣਾ ਨਿਤਨੇਮ ਦੇ ਪੂਰੇ ਆ, ਸਿਮਰਨ ਦੇ ਪੂਰੇ, ਹਰ ਵੇਲੇ ਗੁਰਬਾਣੀ ਸੁਣਦੇ, ਉਹ ਮਾਇਆ ਵਿੱਚ ਰਹਿ ਕੇ ਨਿਰਲੇਪ ਹੈ। ਪਰ ਜਿਸ ਮਾਇਆ ਕਰਕੇ ਅਸੀਂ ਗੁਰੂ ਤੋਂ ਟੁੱਟ ਗਏ, ਉਹ ਦੁੱਖ ਰੂਪ ਹੀ ਹੈ ਨਾ, ਕਿਉਂਕਿ ਅਸੀਂ ਗੁਰੂ ਤੋਂ ਤਾਂ ਟੁੱਟ ਗਏ ਹਾਂ ਤੇ ਉਹ ਮਾਇਆ ਸਾਨੂੰ ਭਰਮਾਵੇਗੀ। ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ। ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਇਹ ਦੁੱਖ ਰੂਪ ਤਾਂ ਹੀ ਰੋਣਾ ਹੁੰਦਾ ਨਾ, ਨਹੀਂ ਤਾਂ ਰੋਣਾ ਕਾਹਦਾ ਆਵੇ। ਮਾਇਆ ਮੋਹ ਦੁੱਖ ਰੂਪ ਹੈ। ਇਸੇ ਪ੍ਰਕਾਰ ਮਾਇਆ ਵੀ ਦੁੱਖ ਰੂਪ ਹੈ। ਜਿਹੜਾ ਸਰੀਰਾਂ ਦਾ ਬਹੁਤਾ ਮੋਹ ਕਰਨਾ ਸਾਧ ਸੰਗਤ ਜੀ, ਇਹ ਵੀ ਦੁੱਖ ਰੂਪ ਹੀ ਹੈ। ਖੋਟਾ ਇਹੋ ਵਪਾਰਾ ਰਾਮ। ਇਹ ਭਾਈ ਸਿੱਖੋ, ਇਹ ਜਿਹੜਾ ਵਪਾਰ ਕਰਨਾ ਇਹ ਕੋਈ ਚੰਗਾ ਵਪਾਰ ਨਹੀਂ ਹੈ। ਤੁਹਾਨੂੰ ਵਪਾਰ ਦੱਸ ਦਿੱਤਾ, ਕਿਹੜਾ ਵਪਾਰ ਚੰਗਾ ਉੱਪਰਲੇ ਮਹਾਰਾਜ ਨੇ ਪਦੇ ਵਿੱਚ ਦੱਸ ਦਿੱਤਾ ਹੈ। ਇਹ ਖੋਟਾ ਵਪਾਰ ਹੈ। ਰਾਮ ਕਹੀਏ ਹੈ ਭਾਈ, ਕੂੜ ਬੋਲ ਬਿਖ ਖਾਵਣੀ। ਮਹਾਰਾਜ ਕਿਉਂ ਖੋਟਾ ਹੈ? ਗੁਰੂ ਸਾਹਿਬ ਕਹਿੰਦੇ ਇਹਦੇ ਵਿੱਚ ਝੂਠ ਬਹੁਤ ਬੋਲਣਾ ਪੈਂਦਾ ਹੈ। ਝੂਠ ਤੋਂ ਬਿਨਾਂ ਵਪਾਰ ਚੱਲਦੇ ਕੋਈ ਨਹੀਂ। 10,000 ਦੀ ਚੀਜ਼ ਲਿਆਂਦੀ, ਕਹਿਣਾ ਅਸੀਂ 18,000 ਦੀ ਲੈ ਕੇ ਆਏ ਹਾਂ। ਜਦੋਂ 18,000 ਦੀ ਆਪਾਂ ਕਵਾਂਗੇ, ਅਗਲੇ ਨੂੰ 20-25 ਦੀ ਤੇ ਵੇਚਾਂਗੇ। 15,000 ਝੂਠ ਬੋਲਿਆ ਗਿਆ। ਤੇ ਸਤਿਗੁਰੂ ਮਹਾਰਾਜ ਕਹਿੰਦੇ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਇਹ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਝੂਠ ਬੋਲਣਾ ਹੀ ਨਹੀਂ ਹੈ। ਇਸ ਪ੍ਰਕਾਰ ਇਹ ਖੋਟਾ ਵਪਾਰ ਹੈ। ਕੂੜ ਬੋਲ, ਕਿਉਂਕਿ ਝੂਠ ਬੋਲ ਬੋਲ ਕੇ ਸਾਧ ਸੰਗਤ ਜੀ ਬਿਖ ਕਹੀਏ ਜਿਹੜੀ ਵਿਸ਼ਿਆਂ ਦੀ ਜ਼ਹਿਰ ਉਹ ਖਾਣੀ ਪੈਂਦੀ ਹੈ। ਬਿਖ ਕਹੀ ਜਿਹੜੀ ਮਾਇਆ ਜ਼ਹਿਰ ਵਰਗੀ ਹੈ, ਇਹ ਖਾਣੀ ਪੈਂਦੀ ਹੈ। ਬਹੁ ਬਦ ਹੈ ਵਿਕਾਰਾ ਰਾਮ। ਉਹ ਵੀ ਸੁਣ ਲਓ ਭਾਈ, ਬਹੁਤ ਜ਼ਿਆਦੇ ਵਿਕਾਰ ਵਾਧੇ ਇਸ ਦੇ ਨਾਲ। ਜਦੋਂ ਮਿਹਨਤ ਮਸ਼ੱਕਤ ਨਹੀਂ ਕੀਤੀ, ਉਹ ਜਿਹੜੇ ਪੈਸੇ ਲਾਹੇ ਦੇ ਮਿਲੇ ਆ ਨਾ, ਉਹਦੇ ਨਾਲ ਫਿਰ ਵਿਕਾਰ ਹੀ ਵਾਧੇ ਹੈ। ਵਿਕਾਰ ਇੰਨੇ ਵਾਧੇ ਹੈ। ਗੁਰੂ 10ਵੇਂ ਪਾਤਸ਼ਾਹ ਮਾਰੇ ਬਚਨ ਆਉਂਦੇ ਹੈ, ਪਾਪ ਕਰੇ ਬਿਨ ਕਿਉਂ ਬਚੇ ਬਚਾਵੇ ਰਾਮ। ਇੱਕ ਮਾਇਆ ਕੋਲ ਹੋਵੇ, ਇੱਕ ਜਵਾਨੀ ਹੋਵੇ, ਇੱਕ ਨਾਲ ਨਸ਼ਾ ਕੀਤਾ ਹੋਵੇ,
ਪਾਪ ਕੀਤੇ ਤੋਂ ਬਿਨਾਂ ਕਿਵੇਂ ਬਚ ਸਕਦਾ ਉਹ ਜੀਵ? ਮਹਾਰਾਜ ਕਹਿੰਦੇ ਬਚੈ ਬਚਾਵੇ ਰਾਮ, ਜੇ ਪਰਮੇਸ਼ਰ ਹੀ ਬਚਾਵੇ ਤਾਂ ਹੀ ਬਚ ਸਕਦਾ ਉਹ ਜੀਵ, ਹੋਰ ਨਹੀਂ ਬਚ ਸਕਦਾ। ਬਹੁਤ ਵਿਕਾਰ ਵੱਧ ਜਾਂਦੇ ਹੈ ਜਦੋਂ ਮਾਇਆ ਆਉਂਦੀ ਹੈ, ਬੰਦੇ ਦਾ ਪਹਿਰਾਵਾ ਬਦਲ ਜਾਂਦਾ ਹੈ, ਆਕਰਸ਼ਿਤ ਕਰਨ ਵਾਸਤੇ ਉਹ ਸਰੀਰ ਦੇ ਉੱਪਰ ਕਈ ਤਰ੍ਹਾਂ ਦੀ ਬਣਤਰ ਕਰਦਾ ਹੈ, ਜਿਸ ਕਰਕੇ ਬਹੁਤ ਵਿਕਾਰ ਵੱਧਦੇ ਹੈ। ਹੋਰ ਬੜੀਆਂ ਬੜੀਆਂ ਚਾਹਨਾ ਕਰਦਾ ਹੈ, ਪਦਾਰਥਾਂ ਦੀ ਪ੍ਰਾਪਤੀ ਵਾਸਤੇ ਵਿਕਾਰ ਉਹਦੇ ਅੰਦਰ ਬਹੁਤ ਵੱਧਦੇ ਹਨ। ਰਾਮ ਕਹੀਏ ਹੈ ਭਾਈ, ਬਹੁ ਵੱਧ ਹੈ ਵਿਕਾਰਾ ਸਹਸਾ ਇਹੋ ਸੰਸਾਰਾ। ਮਾਇਆ ਦਾ ਜਿਹੜਾ ਮੋਹ ਹੈ, ਦੁੱਖ ਰੂ ਬਹੁਤ ਵਿਕਾਰ ਵੱਧ ਜਾਂਦੇ ਹੈ, ਤੇ ਇਹ ਜਿਹੜਾ ਸੰਸਾਰ ਹੈ ਸੰਸਿਆਂ ਦਾ ਭਰਿਆ ਹੋਇਆ ਹੈ। ਸੰਸਾ ਇਹੋ ਸੰਸਾਰ ਹੈ, ਜਿਹਦੇ ਅੰਦਰ ਸੰਸੇ ਭਰੇ ਉਹਦਾ ਨਾਮ ਹੀ ਸੰਸਾਰ ਹੈ। ਜਦੋਂ ਜਨਮ ਲੈ ਲਈਦਾ ਬਸ ਸੰਸੇ ਪੈਂਦੇ ਰਹਿੰਦੇ, ਬਚਪਨ ਤੋਂ ਹੀ ਸੰਸੇ। ਛੋਟਿਆਂ ਹੁੰਦਿਆਂ ਭਾਵੇਂ ਕਿ ਅਸੀਂ ਬੋਲ ਨਹੀਂ ਸਕਦੇ ਤਾਂ ਵੀ ਸੰਸਾ, ਭੁੱਖ ਲੱਗ ਗਈ ਰੋਣ ਲੱਗ ਪੈਂਦੇ ਆ, ਪਤਾ ਨਹੀਂ ਮਾਤਾ ਸਾਨੂੰ ਦੁੱਧ ਦੇਵੇਗੀ ਕਿ ਨਹੀਂ ਦੇਵੇਗੀ, ਸੰਸਾ ਹੀ ਪੈ ਜਾਂਦਾ, ਰੋਣਾ ਆ ਜਾਂਦਾ। ਜਵਾਨੀ 'ਚ ਸੰਸੇ, ਗ੍ਰਸਤ ਜੀਵਨ 'ਚ ਸੰਸੇ, ਸਦਾ ਹੀ ਸੰਸੇ ਬਣੇ ਰਹਿੰਦੇ, ਗੁਰਮੁਖਾਂ ਦੇ ਸੰਸੇ ਨਹੀਂ ਰਹਿੰਦੇ। ਇਹ ਸੰਸਿਆਂ ਦਾ ਭਰਿਆ ਹੋਇਆ ਇਹ ਸੰਸਾਰ ਹੈ, ਸਹਸਾ ਇਹੋ ਸੰਸਾਰ ਹੈ, ਸਹਸਾ ਭਰਮ ਦਾ ਹੀ ਇਹ ਸੰਸਾਰ ਹੈ। ਬਿਨ ਨਾਵੈ ਪਤ ਖੋਈ, ਬਿਨ ਨਾਮ ਤੋਂ ਜੀਵਾਂ ਨੇ ਆਪਣੀ ਇੱਜ਼ਤ ਪਤ ਲੋਕ ਪਰਲੋਕ ਵਿੱਚ ਗਵਾ ਲਈ ਹੈ। ਪੜ ਪੜ ਪੰਡਤ ਵਾਦ ਵਖਾਣ ਜਿਹੜੇ ਹੈ। ਆਪਣੇ ਆਪ ਨੂੰ ਪੰਡਿਤ ਖਵਾਉਂਦੇ ਵਿਦਵਾਨ, ਉਹ ਵੀ ਗ੍ਰੰਥ ਪੜ ਪੜ ਕੇ, ਵੇਦ ਸ਼ਾਸਤਰ ਪੜ ਪੜ ਕੇ ਵਾਦ ਝਗੜਾ ਹੀ ਵਖਾਣ ਕਥਨ ਕਰਦੇ ਹੈ, ਉਹ ਵੀ ਝਗੜੇ ਹੀ ਕਰਦੇ ਹੈ। ਅਸਲ ਵਿੱਚ ਆਤਮ ਰਸ ਲੈਣਾ ਚਾਹੀਦਾ ਸੀ, ਉਹ ਤੇ ਲੈ ਨਾ ਸਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਮੇਲੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਦਖਣਾ ਕਰ ਰਹੇ ਹੈ, ਤੇ ਇੱਕ ਉਥੇ ਬ੍ਰਾਹਮਣ ਬੈਠਾ ਹੈ, ਸ਼੍ਰੀਮਦ ਭਾਗਵਤ ਗੀਤਾ ਦਾ ਪਾਠ ਕਰਨ ਰਿਹਾ ਹੈ, ਸਾਲਗ੍ਰਾਮ ਮੂਰਤੀ ਰੱਖੀ ਹੋਈ ਹੈ, ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਦੇਖਦੇ ਰਹੇ ਆ ਵੀ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਹੈ, ਤੇ ਕੋਈ ਗੱਲ ਹੈ ਨਹੀਂ ਏਡੀ। ਤੇ ਮਹਾਰਾਜ ਜੀ ਕੋਲ ਦੀ ਲੰਘ ਗਏ ਉਹਦੀ ਭਾਵਨਾ ਵੇਖ ਕੇ। ਜਦੋਂ ਦੂਸਰੀ ਵਾਰ ਲੰਗਰ ਲੱਗੇ, ਮਹਾਰਾਜ ਨੂੰ ਉਹ ਬੜਾ ਗੁੱਸੇ ਵਿੱਚ ਬੋਲਿਆ, ਕਹਿੰਦਾ ਅਸੀਂ ਬ੍ਰਾਹਮਣ ਜਗਤ ਦੇ ਗੁਰੂ ਹੁੰਦੇ ਆ, ਤੁਸੀਂ ਸਾਨੂੰ ਮੱਥਾ ਨਹੀਂ ਟੇਕਿਆ, ਤੁਸੀਂ ਗ੍ਰਸਤੀ ਹੋ ਤੇ ਗੱਦੀ ਤੇ ਬਹਿ ਕੇ ਤੁਸੀਂ ਹੰਕਾਰੀ ਹੋ ਗਏ ਹੋ। ਮਹਾਰਾਜ ਨੂੰ ਕਹਿਣ ਲੱਗਾ ਪੰਡਿਤ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪੰਡਿਤ ਜੀ ਕੀ ਹੋਇਆ ਕੀ ਹੈ? ਮਹਾਰਾਜ ਤੁਸੀਂ ਸਾਨੂੰ ਮੱਥਾ ਨਹੀਂ ਟੇਕਾ, ਚਲੋ ਮੈਨੂੰ ਨਹੀਂ ਟੇਕਣਾ ਸੀ, ਭਗਵਾਨ ਦੀ ਜਿਹੜੀ ਸਾਲਗ੍ਰਾਮ ਮੂਰਤੀ ਨੂੰ ਤੇ ਟੇਕ ਦਿੰਦੇ। ਤੇ ਮਹਾਰਾਜ ਜੀ ਉਹਦਾ ਕ੍ਰੋਧ ਵੇਖ ਕੇ ਫਿਰ ਬਚਨ ਕੀਤਾ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਸੁਣਾਵੈ, ਆਪਣਾ ਕਹਿਆ ਆਪ ਨਾ ਕਮਾਵੈ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ। ਪੰਡਿਤ ਜੀ ਸ਼੍ਰੀਮਦ ਭਾਗਵਤ ਗੀਤਾ ਪੜ੍ਹ ਰਹੇ ਹੋ, ਇਹ ਜਿਹੜਾ ਗੁੱਸਾ ਪੜਾ ਉਹ ਤੇ ਥੋੜਾ ਦੂਰ ਕਰੋ ਨਾ, ਤੁਹਾਨੂੰ ਕੀ ਇੱਛਾ ਹੈ ਵੀ ਮੱਥਾ ਸਾਨੂੰ ਟੇਕਣ? ਤੁਸੀਂ ਤੇ ਗੀਤਾ ਪੜ੍ਹ ਰਹੇ, ਜਿਹੜੇ ਗੀਤਾ ਪੜ੍ਹਦੇ ਉਹਨਾਂ ਦਾ ਤਾਂ ਮਨ ਇਕਾਗਰ ਹੋਣਾ ਚਾਹੀਦਾ। ਭਗਵਾਨ ਜੀ ਨੇ ਬਹੁਤ ਕੁਝ ਲਿਖਿਆ ਸ਼੍ਰੀ ਕ੍ਰਿਸ਼ਨ ਜੀ ਨੇ। ਉਸ ਵੇਲੇ ਪੰਡਿਤ ਜਿਹੜਾ ਨਿਰਮਾਣ ਹੋ ਕੇ ਮਾਰੇ ਚਰਨੀ ਪਿਆ, ਮਾਰੇ ਗਲਤੀ ਹੋ ਗਈ, ਗੁੱਸਾ ਨਹੀਂ ਗਿਆ, ਗੁੱਸਾ ਕੀਤਾ ਤੇ ਮਹਾਰਾਜ ਨਾਲ ਲੜਨਾ ਕੋਸ਼ਿਸ਼ ਕੀਤੀ ਨਾ। ਇਸ ਤਰ੍ਹਾਂ ਪੜ੍ਹ ਪੜ੍ਹ ਕੇ ਨਾ ਪੰਡਿਤ ਵਿਦਵਾਨ ਲੋਕ ਸ਼ਾਸਤਰ ਵੇਦ ਪੁਰਾਣ ਕਹਿੰਦੇ ਮੈਂ ਜ਼ਿਆਦਾ ਪੜ੍ਹਿਆ, ਮੇਰੇ ਕੇ ਕੋਈ ਬੋਲ ਨਹੀਂ ਸਕਦਾ ਹੈ, ਇਸ ਤਰ੍ਹਾਂ ਵਾਦ ਹੀ ਵਿਖਾਣਦੇ ਹੈ। ਬਿਨਾ ਬੂਝੇ ਸੁਖ ਨਾ ਹੋਏ, ਗੁਰੂ ਦੇ ਉਪਦੇਸ਼ ਬੂਝੇ ਸਮਝੇ ਤੋਂ ਬਿਨਾ ਕਦੀ ਸੁੱਖ ਨਹੀਂ ਹੋ ਸਕਦਾ। ਗੁਰੂ ਕਾ ਉਪਦੇਸ਼ ਹੀ ਹੈ ਜਿਹੜਾ ਸਾਧ ਸੰਗਤ ਜੀ ਸਾਨੂੰ ਸਿੱਖਿਆ ਦੇ ਸਕਦਾ ਹੈ। ਅਸੀਂ ਆਪਣੇ ਆਪ ਭਾਵੇਂ ਕਿ ਮਨ ਕਾ ਬੱਧਾ ਮਨ ਰਹਿ, ਮਨ ਜਿਹੜਾ ਗਿਆਨ ਕਾ ਬੱਧਾ ਮਨ ਰਹਿ, ਇਹ ਗਿਆਨ ਦਾ ਬੱਧਾ ਹੋਇਆ ਮਨ, ਕਿਉਂਕਿ ਮਨ ਹੈ ਹੀ ਜੋਤ ਸਰੂਪ, ਪਰ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ। ਗੁਰੂ ਤੋਂ ਬਿਨਾ ਬੜੇ ਬੜੇ ਪੰਡਿਤ ਵੀ ਜਿਹੜੇ ਹੈ ਉਹਨਾਂ ਨੂੰ ਸੁੱਖ ਨਹੀਂ ਹੋਇਆ ਹੈ। ਤ੍ਰਿਸ਼ਨਾ ਦੀ ਅੱਗ ਵਿੱਚ, ਮਾਇਆ ਦੇ ਪ੍ਰੇਮ ਵਿੱਚ ਹੀ ਮੱਚਦੇ ਸੜਦੇ ਰਹਿੰਦੇ ਹਨ, ਵਡਿਆਈ ਦੀ ਭੁੱਖ ਹੀ ਲੱਗੀ ਰਹਿੰਦੀ ਹੈ, ਸੁੱਖ ਨਹੀਂ ਹੋਇਆ ਹੈ। ਆਵਣ ਜਾਣਾ ਕਦੇ ਨਾ ਚੁੱਕੈ, ਇਹੋ ਜਿਹਾਂ ਦਾ ਆਉਣਾ ਜਾਣਾ ਕਦੇ ਚੁੱਕਿਆ ਨਹੀਂ ਜਾ ਸਕਦਾ, ਖਤਮ ਨਹੀਂ ਹੋ ਸਕਦਾ, ਜੰਮ ਕੇ ਆਉਂਦੇ ਮਰ ਕੇ ਜਾਂਦੇ ਹਨ। ਮਾਇਆ ਮੋਹ ਪਿਆਰਾ, ਜਿਨ੍ਹਾਂ ਦਾ ਮਾਇਆ ਦੇ ਨਾਲ ਬਹੁਤ ਪਿਆਰ ਹੈ, ਰਾਤ ਦਿਨ ਚ ਵੀ ਲੱਗੀ ਰਹਿੰਦੀ ਹੈ, ਕਿੱਥੋਂ ਵੀ ਮਿਲ ਜਾਏ। ਮਾਇਆ ਮੋਹ ਸਭ ਦੁੱਖ ਗੁਰੂ ਹੈ, ਸਾਹਿਬ ਪਦੇ ਦੀ ਸਮਾਪਤੀ ਕਰਦਿਆਂ ਇਹ ਕਹਿੰਦੇ ਆ,
ਮਾਇਆ ਦਾ ਜਿਹੜਾ ਮੋਹ ਹੈ ਭਾਈ ਸਾਰਾ ਦੁੱਖ ਹੀ ਰੂਪ ਹੈ, ਸੁਖ ਨਹੀਂ ਹੈ। ਖੋਟਾ ਇਹੋ ਵਪਾਰਾ। ਜੇ ਕਹੋ ਮਹਾਰਾਜ ਇਹ ਵਪਾਰ ਤੋਂ ਬਿਨਾਂ ਸਰਦਾ ਕੋਈ ਨਹੀਂ, ਮਹਾਰਾਜ ਕਹਿੰਦੇ ਕਰੋ ਵਪਾਰ ਭਾਈ, ਪਰ ਇਹ ਵਪਾਰ ਬੜਾ ਖੋਟਾ ਹੈ। ਜਿਹੜਾ ਗੁਰਮਤਿ ਦੇ ਸਿਧਾਂਤ ਤੋਂ ਟਲ ਕੇ ਵਪਾਰ ਕੱਲਾ ਹੀ ਕਰਦੇ ਰਹਿਣਾ ਨਾ, ਗੁਰੂ ਨੂੰ ਗੁਰੂ ਨਹੀਂ ਸਮਝਣਾ, ਕਿ ਗਰੀਬ ਨੂੰ ਗਰੀਬ ਨਹੀਂ ਸਮਝਣਾ, ਇਹ ਸਾਰਾ ਖੋਟਾ ਹੀ ਵਪਾਰ ਹੈ। ਖੋਟੇ ਖਰੇ ਸਭ ਪਰਖਿਆ ਨਾ। ਕਿਸੇ ਵੇਲੇ ਸਾਡੇ ਵਰਗੇ ਕਹਿ ਵੀ ਦਿੰਦਾ ਕੋਈ ਨਹੀਂ ਮਹਾਰਾਜ ਖੋਟੇ ਹੀ ਚੰਗੇ ਆ, ਜਦੋਂ ਗੁੱਸਾ ਜਿਹਾ ਆ ਜਾਏ ਨਾ ਕਹਿੰਦੇ ਅਸੀਂ ਖੋਟੇ ਠੀਕ ਹੈ, ਤੂੰ ਆਪਣਾ ਕੰਮ ਕਰੋ, ਆਪਾਂ ਕਿਸੇ ਨੂੰ ਕਹਿ ਦਿੰਦੇ ਆ। ਗੁਰੂ ਸਾਹਿਬ ਕਹਿੰਦੇ ਭਾਈ ਖੋਟੇ ਦੇ ਖਰੇ ਇਹ ਸਾਰੇ ਪਰਖੇ ਜਾਂਦੇ ਹਨ। ਕਿੱਥੇ ਪਰਖੇ ਜਾਂਦੇ ਹੈ? ਚਿਤ ਸੱਚੇ ਕੈ ਦਰਬਾਰਾ ਰਾਮ। ਸੱਚੇ ਪਰਮੇਸ਼ਰ ਦੇ ਦਰਬਾਰ ਵਿੱਚ ਉੱਥੇ ਖੋਟੇ ਖਰੇ ਪਰਖੇ ਜਾਂਦੇ, ਜਿੱਥੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ। ਇੱਥੇ ਤੇ ਸਿਫਾਰਿਸ਼ ਚੱਲ ਜਾਂਦੀ ਹੈ। ਖੋਟਿਆਂ ਨੂੰ ਖਰੇ ਕਰ ਦਿੱਤਾ ਜਾਂਦਾ ਤੇ ਖਰਿਆਂ ਨੂੰ ਖੋਟੇ ਕਰ ਦਿੱਤਾ ਜਾਂਦਾ ਹੈ। ਉਹ ਸੱਚੇ ਦਰਬਾਰ ਵਿੱਚ ਖਰਿਆਂ ਦੀ ਪਹਿਚਾਣ ਹੁੰਦੀ ਹੈ, ਖੋਟਿਆਂ ਦੀ ਪਹਿਚਾਣ ਹੁੰਦੀ ਹੈ। ਤੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਸ਼ਰਣੀ ਪੈਂਦੇ ਆ, ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ। ਸ਼ਬਦ ਦੇ ਨਾਲ ਜਿਹਨਾਂ ਨੂੰ ਸਵਾਰ ਦਿੰਦੇ, ਮਹਾਰਾਜ ਨੂੰ ਖੋਟਿਆਂ ਨੂੰ ਖਰੇ ਕਰ ਦਿੰਦੇ। ਤੇ ਫਿਰ ਮਹਾਰਾਜ ਜੀ ਉਹਨਾਂ ਦੀ ਦਰਗਾਹ ਵਿੱਚ ਵੀ ਮੰਨੀ ਜਾਂਦੀ ਹੈ। ਉਹ ਸੱਚੇ ਦਰਬਾਰ ਵਿੱਚ ਉਹਨਾਂ ਦੀ ਆਓ ਭਗਤ ਹੁੰਦੀ ਹੈ। ਰੇ ਰੇ ਦਰਗਾਹ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਧਰਮ ਰਾਜਾ ਵੀ ਹੱਥ ਜੋੜ ਕਹਿੰਦਾ ਮਹਾਰਾਜ ਸੰਤੋ ਆਓ ਬੈਠੋ, ਤੁਸੀਂ ਤੇ ਮੇਰੀ ਜਿਹੜੀ ਹੈ ਧਰਮ ਰਾਜ ਮੇਰੀ ਤੇ ਪੂਰੀ ਪਵਿੱਤਰ ਕਰ ਦਿੱਤੀ ਹੈ, ਦਰਸ਼ਨ ਦੇ ਕੇ ਮੈਨੂੰ ਤੇ ਨਿਹਾਲ ਕਰ ਦਿੱਤਾ ਤੁਸਾਂ ਨੇ। ਜਾਂ ਆਪਣੇ ਜਾਮਾਂ ਨੂੰ ਵੀ ਸੇਵਾ ਵਿੱਚ ਲਾਉਂਦਾ ਹੈ, ਉਹ ਸੇਵਾ ਕਰੋ ਭਾਈ, ਤੇ ਉਹਨਾਂ ਦੇ ਨੇੜੇ ਤੱਕ ਨਹੀਂ ਜਾਣਾ ਹੈ, ਇਹੋ ਜਿਹੀ ਸਿੱਖਿਆ ਦਿੰਦਾ ਹੈ ਧਰਮ ਰਾਜਾ ਵੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਆ ਖੋਟੇ ਖਰੇ ਸਾਵੇ ਪਰਖੀ ਜਾਂਦੇ ਆ। ਕਿੱਥੇ ਪਰਖੇ ਜਾਂਦੇ? ਦੁਨੀਆ ਦੇ ਵਿੱਚ ਨਹੀਂ। ਦੁਨੀਆ ਵਿੱਚ ਤੇ ਝੂਠ ਹੈ, ਲੋਕ ਕੁਝ ਵੀ ਫਰੇਬ ਕਰ ਦਿੰਦੇ ਆ। ਉਹ ਸੱਚੇ ਦੇ ਦਰਬਾਰ ਵਿੱਚ ਖੋਟੇ ਦਰਗਹਿ ਸੁੱਟਿਆ ਨਾ। ਖੋਟੇ ਜਿਹੜੇ ਖੋਟੇ ਨਿਕਲ ਆਉਂਦੇ ਨਾ, ਫਿਰ ਸਿੱਕਿਆਂ ਵਰਗੇ ਬਹੁਤ ਮਾੜੇ ਭਾਵਨਾ ਵਾਲੇ ਜਿਹੜੇ ਸਤਿਗੁਰੂ ਦੇ ਨਾਲ ਵੈਰ ਕਰਦੇ, ਸੰਤਾਂ ਨਾਲ ਵੈਰ ਕਰਦੇ ਆ, ਉਹ ਫਿਰ ਦਰਗਾਹ ਦੇ ਵਿੱਚ ਸੁੱਟੇ ਜਾਂਦੇ ਆ ਬਲਦੀ ਅੱਗ ਦੇ ਵਿੱਚ। ਉਹ ਸੁੱਟੇ ਜਾਂਦੇ ਆ ਜੂਨਾਂ ਦੇ ਵਿੱਚ। 84 ਲੱਖ ਜੂਨ ਦਾ ਗੇੜਾ ਮੁੱਕਦਾ ਨਹੀਂ ਹੈ। ਉਬੇ ਕਰਨ ਪੁਕਾਰਾ ਰਾਮ। ਜਦੋਂ ਨਰਕ ਵਿੱਚ ਵੀ ਪੈਂਦੇ ਆ, ਜਿਨ੍ਹਾਂ ਨੂੰ ਅਸੀਂ ਅੱਜ ਕੱਲ ਕਹਿੰਦੇ ਕੋਈ ਨਰਕ ਹੈ ਹੀ ਨਹੀਂ। ਮਹਾਰਾਜ ਕਹਿੰਦੇ ਆ ਕਿ ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਅਸੀਂ ਕਹਿੰਦੇ ਨਰਕ ਨਹੀਂ ਕੋਈ ਹੈਗਾ। ਨਰਕ ਦੇ ਭਾਈ ਹੈ, ਇੱਥੇ ਵੀ ਨਰਕ ਹੈ, ਅੱਗੇ ਵੀ ਨਰਕ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾ ਹਾਹਾ। ਦੋਜਕ ਸੁਣਿਆ ਜਾਂਦਾ ਜਿੱਥੇ ਹਾਹਾਕਾਰ ਮਚ ਰਹੀ ਹੈ, ਅੱਗ ਹੀ ਅੱਗ ਬਲ ਰਹੀ ਹੈ। ਐਸੀ ਨਦੀ ਹੈ ਅੱਗ ਦੀ, ਇੱਕ ਵਹਿਤਰਨੀ ਨਦੀ ਹੈ ਜਿੱਥੇ ਖੂਨ ਤੇ ਪਾਕ ਹੀ ਪਾਕ ਹੈ। ਵਾਲੋ ਨਿੱਕੀ ਪੁਰ ਸਲਾਦ, ਵਾਲ ਤੋਂ ਜਿਹੜਾ ਵਾਲ ਕੇਸ ਤੋਂ ਵੀ ਨਿੱਕਾ ਬਰੀਕ ਪੋਲ ਹੈ, ਜਿਹਦੇ ਉੱਤੇ ਪੁੰਨੀ ਆਤਮਾ ਦੇ ਪਾਪੀ ਜਿਹੜੇ ਜੀਵ ਲੰਘਦੇ ਤੇ ਕੱਟ ਕੇ ਡਿੱਗਦੇ ਜਿਹੜੇ ਪਾਪੀ ਲੋਕ। ਇਸ ਪ੍ਰਕਾਰ ਉਹ ਜਦੋਂ ਡਿੱਗਦੇ ਨਾ ਨਰਕ ਦੀ ਅੱਗ ਵਿੱਚ, ਤੇ ਉਹ ਜਾਂ ਜੂਨਾਂ ਦੀ ਅੱਗ ਜੂਨਾਂ ਦੇ ਵਿੱਚ ਉਬੇ ਉਹ ਖੜੇ ਹੋ ਕੇ ਪੁਕਾਰਾਂ ਕਰਦੇ, ਮਹਾਰਾਜ ਬਖਸ਼ ਲੋ ਬਖਸ਼ ਲੋ, ਅਬ ਕੀ ਬਾਰ ਬਖਸ਼ ਬੰਦੇ ਕੋ। ਬੇਨਤੀਆਂ ਕਰਦੇ। ਹੁਣ ਕੌਣ ਸੁਣੇ ਪੁਕਾਰ? ਉਬੇ ਕਰਨ ਪੁਕਾਰਾ ਮੁਗਧ ਗਵਾਰਾ। ਸਤਿਗੁਰੂ ਕਹਿੰਦੇ ਭਾਈ ਸਿੱਖੋ ਖੜਿਆਂ ਹੋ ਕੇ ਪੁਕਾਰਾਂ ਕਰਦੇ ਆ, ਉਹ ਮੂਰਖ ਕੋਈ ਸੁਣਦਾ ਨਹੀਂ ਉੱਥੇ। ਐ ਉਹ ਮੁਗਧ ਇੱਥੇ ਮੁਗਧ ਹੋਏ ਸੀ ਜੀ, ਬੇਸਮਝ ਗਵਾਰ ਹੋਏ ਸੀ। ਕਹਿੰਦੇ ਸਾਡੇ ਤੋਂ ਵੱਡਾ ਮੂਰਖ ਕਿਹੜਾ? ਇਹਨੂੰ ਸਮਝਾਓ ਨਾ ਭਾਈ, ਏਦਾਂ ਨਾ ਕਰ। ਉਹ ਮੈਨੂੰ ਤੁਸੀਂ ਜਾਣਦੇ ਨਹੀਂ ਮੈਂ ਕਿੱਡਾ ਵੱਡਾ ਮੂਰਖ ਹਾਂ, ਆਪ ਹੀ ਬੰਦਾ ਕਹਿ ਲੂਗਾ। ਇਸ ਤਰ੍ਹਾਂ ਮੂਰਖ ਮੁਗਧ ਗਵਾਰ ਉਬੇ ਪੁਕਾਰਾਂ ਕਰਦੇ ਪਰਲੋਕ ਦੇ ਵਿੱਚ। ਮਨ ਮੁਖ ਜਨਮ ਗਵਾਇਆ। ਮਨ ਮੁਖਾਂ ਨੇ ਸਾਧ ਸੰਗਤ ਜੀ ਆਪਣਾ ਜਨਮ ਐਵੇਂ ਅਜਾਈ ਗਵਾ ਲਿਆ ਹੈ। ਵੇਖ ਲੋ ਜਨਮ ਕਿੰਨਾ ਔਖਾ ਮਿਲਿਆ ਸੀ। 84 ਲੱਖ ਜੂਨ ਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਕਿ ਭਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ, ਭਜ ਕੇਵਲ ਨਾਮ। ਜਿੱਥੇ ਤੁਸੀਂ ਬੈਠੇ ਹੋ ਇਹ ਸਾਧ ਸੰਗਤ। ਸੰਗਤ ਕਾ ਗੁਣ ਬਹੁ ਅਧਿਕਾਈ। ਇਹ ਸੰਗਤ ਦਾ ਗੁਣ ਸਾਧ ਸੰਗਤ ਜੀ ਬਹੁਤ ਵੱਡਾ ਹੈ। ਸੂਆ ਪੜ ਸੂਆ ਗਣਕ ਉਧਾਰੇ। ਉਹ ਗਣਕਾ ਵੇਸ਼ਵਾ ਤੋਤੇ ਨੂੰ ਪੜਾਉਂਦੀ ਵੀ ਪਾਰ ਉਤਰ ਗਈ ਸੰਤਾਂ ਦੀ ਸੰਗਤ ਕਰਕੇ। ਇਹ ਸੰਗਤ ਦਾ ਏਡਾ ਵੱਡਾ ਗੁਣ ਉਹ ਮਨਮੁਖਾਂ ਨੇ ਜਨਮ ਅਜਾਈ ਗਵਾ ਲਿਆ। ਤੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ।
ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇ। ਪਰਮੇਸ਼ਰ ਦੀ ਸੇਵਾ ਕਰਨੀ ਚਾਹੀਦੀ ਸੀ। ਗੁਰਮੁਖਾਂ ਨੇ ਸੇਵਾ ਕੀਤੀ, ਮਨਮੁਖਾਂ ਨੇ ਆਪਣਾ ਵਿਅਰਥੀ ਜਨਮ ਗਵਾਇਆ ਹੈ। ਕਿਸੇ ਦੀ ਮੰਨੀ ਨਹੀਂ ਹੈ, ਕਹਿੰਦੇ ਮੈਂ ਨਹੀਂ ਕਿਸੇ ਦੀ ਮੰਨਦਾ ਹਾਂ। ਦੇਖਿਆ ਮਾਇਆ ਜਿਨ ਜਗਤ ਭੁਲਾਇਆ, ਜਿਨ ਕਹੀਏ ਜਿਸ ਇਹ ਵਿਸ਼ਿਆਂ ਨੇ ਤੇ ਮਾਇਆ ਨੇ ਸੰਸਾਰ ਨੂੰ ਭੁਲਾਇਆ, ਰੱਬ ਵੱਲ ਜਾਣ ਹੀ ਨਹੀਂ ਦਿੰਦੇ। ਇਹ ਜੇ ਕੋਈ ਚੱਲਣ ਦੀ ਕੋਸ਼ਿਸ਼ ਕਰਦਾ, ਚੱਲ ਇੱਥੇ ਹਰ ਮਿਲਣ ਕੋ, ਵਿਚੇ ਅਟਕਿਓ ਚੀਤ, ਵਿੱਚੇ ਹੀ ਰਹਿ ਜਾਂਦੇ ਹਨ। ਮਾਇਆ ਨੇ ਤੇ ਵਿਸ਼ਿਆਂ ਨੇ ਭੁਲਾਇਆ ਹੋਇਆ। ਵਿਸ਼ੇ ਕਹਿੰਦੇ ਸਾਨੂੰ ਜਿਹੜਾ ਸਾਡੇ ਕੰਟਰੋਲ 'ਚ ਸਾਨੂੰ ਵਰਤੋ, ਮਾਇਆ ਕਹਿੰਦੀ ਮੈਨੂੰ ਵਰਤੋ। ਸਾਚਾ ਨਾਮ ਨਾ ਪਾਇਆ, ਤੇ ਉਹਨਾਂ ਨੂੰ ਕਿਹਾ ਜਾਂਦਾ ਭਾਈ ਨਾਮ ਜਪੋਗੇ, ਕਹਿੰਦੇ ਸਾਡਾ ਤਾਂ ਟਾਈਮ ਹੀ ਹੈ ਨਹੀਂ। ਸੱਚਾ ਨਾਮ ਪਰਮੇਸ਼ਰ ਦਾ ਦੇ ਮਨ ਨੂੰ ਭਾਇਆ ਹੀ ਨਹੀਂ ਹੈ। ਮਨਮੁਖ ਸੰਤਾਂ ਨਾਲ ਵੈਰ ਕਰ, ਜਿਹੜੇ ਮਨਮੁਖ ਹੈ ਸਾਧ ਸੰਗਤ ਜੀ, ਉਹ ਸੰਤਾਂ ਨਾਲ ਵੈਰ ਕਰਦੇ ਆ ਜਾਈ। ਸੰਤ ਕਿਸੇ ਨੂੰ ਦੁੱਖ ਨਹੀਂ ਦਿੰਦੇ। ਗ੍ਰੰਥਾਂ ਵਿੱਚ ਲਿਖਿਆ ਹੋਇਆ, ਕਹਿੰਦੇ ਹਿਰਨ, ਸੰਤ, ਮੱਛੀ, ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ। ਮੱਛੀ ਜਿਹੜੀ ਹੈ ਉਹ ਕਿਸੇ ਨੂੰ ਦੁੱਖ ਨਹੀਂ ਦਿੰਦੀ, ਪਰ ਝੀਵਰ ਜਿਹੜਾ ਗਡੋਆ ਲਾ ਕੇ ਕੁੰਡੀ ਦੇ ਨਾਲ ਮੱਛੀ ਨੂੰ ਬਿਨਾਂ ਵਜ੍ਹਾ ਦੁੱਖ ਦਿੰਦਾ ਤੇ ਕੁੰਡੀ ਫਸਾ ਕੇ ਤੈਨੂੰ ਮਾਰ ਦਿੰਦਾ ਹੈ। ਉਹਦੇ ਗਲ 'ਚ ਕੁੰਡੀ ਖੁੱਭ ਜਾਂਦੀ ਜਦੋਂ ਗਡੋਆ ਖਾਂਦੀ ਹੈ। ਇਸੇ ਪ੍ਰਕਾਰ ਸੰਤ ਕਿਸੇ ਨੂੰ ਦੁੱਖ ਨਹੀਂ ਦਿੰਦੇ ਤੇ ਦੁਸ਼ਟ ਲੋਕ ਸੰਤਾਂ ਨਾਲ ਬਿਨਾਂ ਗੱਲ ਤੋਂ ਵੈਰ ਕਰੀ ਜਾਂਦੇ। ਇਸੇ ਪ੍ਰਕਾਰ ਹੀ ਹਿਰਨ ਕਿਸੇ ਨੂੰ ਦੁੱਖ ਨਹੀਂ ਦਿੰਦਾ, ਭਲਾ ਜੀਵ ਹੈ। ਬਦਕ ਸ਼ਿਕਾਰੀ ਉਹਨੂੰ ਮਾਰ ਕੇ ਤੀਰ ਬਿਨਾਂ ਗਲ ਤੋਂ ਨੂੰ ਮਾਰ ਦਿੰਦਾ, ਕੋਈ ਕਾਰਨ ਤਾਂ ਨਹੀਂ ਨਾ ਦੁੱਖ ਦੇਣ ਦਾ। ਇਸੇ ਪ੍ਰਕਾਰ ਹੀ ਜਿਹੜੇ ਸੰਤਾਂ ਨਾਲ ਮਨਮੁਖ ਬਿਨਾਂ ਗੱਲ ਤੋਂ ਵੈਰ ਕਰਦੇ ਹੈ। ਗੁਰਬਾਣੀ ਵਿੱਚ ਮਹਾਰਾਜ ਨੇ ਬੜਾ ਸੋਹਣਾ ਖੁਲਾਸਾ ਕੀਤਾ। ਮਹਾਰਾਜ ਕਿਉਂ ਕਰਦੇ ਵੈਰ? ਗੁਰੂ ਸਾਹਿਬ ਕਹਿੰਦੇ ਓਏ ਲੋਚਣ ਉਹਨਾਂ ਗੁਣਿਆਂ ਨੂੰ, ਓਏ ਅਹੰਕਾਰ ਸੜਨ ਦੇ। ਸੰਤਾਂ ਵਿੱਚ ਗੁਣ ਹੈ ਹੁਣ ਉੱਚੇ, ਸੰਗਤ ਉਹਨਾਂ ਦੀ ਵਡਿਆਈ ਕਰਦੀ, ਚਰਨੀ ਢਹਿੰਦੀ ਹੈ, ਉਹ ਮਨਮੁਖ ਵਿਚਾਰੇ ਉੱਦਾਂ ਸੜੀ ਮੱਚੀ ਜਾਂਦੇ। ਕਹਿੰਦੇ ਇਹਦੇ ਵਿੱਚ ਕੀ ਜਿਹੜੀ ਖਾਸ ਗੱਲ ਹੈ? ਮੈਂ ਵੀ ਤਾਂ ਉਹੀ ਹਾਂ, ਮੇਰੇ 'ਚ ਕਿਤੇ ਘੱਟ ਹੈ, ਮੈਂ ਕਿਤੇ ਘੱਟ ਹਾਂ। ਪਰ ਉਹਨੂੰ ਪਤਾ ਨਹੀਂ ਭਾਈ ਉਧਰ ਨਾਮ ਸਿਮਰਿਆ ਹੈ, ਉਧਰ ਬੰਦਗੀ ਕੀਤੀ ਹੈ, ਸੰਸਾਰ ਦੇ ਮੋਹ ਛੱਡੇ ਹੈ, ਸੰਸਾਰ ਦੇ ਰਸ ਛੱਡੇ ਹੈ, ਸੰਸਾਰ ਦੀ ਬਣਤਰ ਛੱਡੀ ਹੈ। ਨਿਮਾਣੇ ਹੋ ਕੇ ਰਹਿਣਾ ਪੈਂਦਾ ਹੈ ਤਾਂ ਕਰਕੇ। ਪਰ ਉਹ ਸੰਤਾਂ ਨਾਲ ਵੈਰ ਕਰਦੇ ਹੈ। ਭਗਤ ਪ੍ਰਹਿਲਾਦ ਜੀ ਸੰਤ ਤੇ ਪਿਤਾ ਹਰਨਾਕਸ਼ ਮਨਮੁਖ, ਬਿਨਾਂ ਵਜ੍ਹਾ ਕਿੰਨੇ ਤਸੀਹੇ ਦਿੱਤੇ। ਸੰਤ ਭਗਤ ਧਰੂ ਜੀ ਸੰਤ ਤੇ ਮਾਤਾ ਜਿਹੜੀ ਉਹਨਾਂ ਦੀ ਮਤਰਾਈ ਉਹ ਮਨਮੁਖ, ਬਿਨਾਂ ਵਜ੍ਹਾ ਹੀ ਦੁੱਖ। ਮਾਤਾ ਭੇਲਣੀ ਦੁਆਪਰ ਦੇ ਵਿੱਚ ਸੰਤ, ਉਹ ਜਿਹੜੇ ਰਿਸ਼ੀ ਮੁਨੀ ਸੰਤ ਮੰਨਦੇ ਉਹ ਅਸੰਤ। ਗੁਰੂ ਅਰਜਨ ਦੇਵ ਮਹਾਰਾਜ ਜੀ ਮਹਾਨ ਸੰਤਾਂ ਦੇ ਸੰਤ ਤੇ ਬਾਬਾ ਪ੍ਰਿਥੀ ਚੰਦ ਜੀ ਮਨਮੁਖ ਬਣ ਕੇ ਵੈਰ ਕਰ ਰਹੇ। ਕਹਿੰਦੇ ਮੈਂ ਮੇਰੇ ਭਰਾ ਤਾਂ ਮੇਰੇ ਕੋਲ ਗੱਦੀ ਖੋਹ ਲਈ ਹੈ, ਮੇਰਾ ਤਾਂ ਛੱਡਿਆ ਕੱਖ ਨਹੀਂ ਹੈ। ਦਿੱਲੀ ਜਾ ਕੇ ਰੋ ਰਹੇ ਹੈ। ਸੁਲਹੀ ਕੋ ਸ਼ਿਕਾਇਤ ਕੀਤੀ ਹੈ ਤੇ ਸੁਲਹੀ ਵੇਖੋ ਕਿੰਨਾ ਹੰਕਾਰ ਦਾ ਮਸਤਿਆ ਹੋਇਆ ਵੀ ਬਿਨਾਂ ਗੱਲ ਤੋਂ ਸੰਤਾਂ ਨਾਲ ਵੈਰ। ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਪ੍ਰਿਥੀਏ ਨੂੰ ਕਹਿੰਦਾ, ਉਹ ਪ੍ਰਿਥੀਆ ਮੈਂ ਤੇਰੇ ਭਰਾ ਗੁਰੂ ਅਰਜਨ ਦਾ ਕਤਲ ਨਾ ਕਰ ਦਿੱਤਾ, ਮੈਨੂੰ ਪਿਓ ਦਾ ਪੁੱਤ ਨਾ ਆਖੀ। ਇਹੋ ਜਿਹੀਆਂ ਗੱਲਾਂ ਕਰਦਾ। ਤੇ ਸਤਿਗੁਰੂ ਮਹਾਰਾਜ ਜੀ ਨੂੰ ਹਰਿਮੰਦਰ ਸਾਹਿਬ ਜਦੋਂ ਗੱਲ ਦਾ ਪਤਾ ਲੱਗਾ ਤੇ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਨੇ ਦੱਸਿਆ। ਮਹਾਰਾਜ ਕਹਿੰਦੇ ਸੰਗਤ ਜੀ ਇਹ ਗੁਰੂ ਨਾਨਕ ਦੇਵ ਮਹਾਰਾਜ ਘਰ ਨਾਲ ਕੋਈ ਮੱਥਾ ਲਾ ਗਿਆ ਤਾਂ ਕੋਈ ਰਿਹਾ ਹੈ? ਕੋਈ ਨਹੀਂ ਰਿਹਾ। ਮਹਾਰਾਜ ਨੇ ਸ਼ਬਦ ਉਚਾਰਿਆ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮਹਿ ਸਾੜੀ। ਪੂਰਾ ਨਿਆਂ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਪੂਰਾ ਨਿਆਂ ਕਰਦਾ ਪਰਮੇਸ਼ਰ, ਕੋਈ ਘਾਟਾ ਨਹੀਂ ਰਹਿਣ ਦਿੰਦਾ, ਪੂਰਾ ਨਿਆਂ ਹੀ ਕਰੇਗਾ। ਤੇ ਸੁਲਹੀ ਤੇ ਨਾਰਾਇਣ ਰਾਖ। ਸੁਲਹੀ ਵੇਖੋ ਕਿੱਦਾਂ ਭੱਠੇ ਵਿੱਚ ਸੜ ਕੇ ਨਾਪਾਕ ਹੋ ਕੇ ਮਰਿਆ ਸੀ। ਇਸ ਤਰ੍ਹਾਂ ਸੰਤਾਂ ਨਾਲ ਵੈਰ। ਭਗਤ ਕਬੀਰ ਜੀ ਸੰਤ ਹੈ ਤੇ ਬ੍ਰਾਹਮਣ ਲੋਕ ਕਿੰਨਾ ਵੈਰ ਕਰ ਰਹੇ, ਕੀ ਨਹੀਂ ਕੀਤਾ। ਭਗਤ ਨਾਮਦੇਵ ਜੀ ਸੰਤ ਹੈ ਤੇ ਬ੍ਰਾਹਮਣ ਲੋਕਾਂ ਨੇ ਭਗਤ ਨਾਮ ਦੇ ਧੱਕੇ ਮਾਰ ਕੇ ਮੰਦਰ 'ਚੋਂ ਬਾਹਰ ਕੱਢ ਦਿੱਤਾ। ਤੁਹਾਡਾ ਕਿਸੇ ਕੋਈ ਕੰਮ ਨਹੀਂ, ਤੂੰ ਤੇ ਸ਼ੂਦਰ ਹੈ। ਇਸ ਤਰ੍ਹਾਂ ਮਨਮੁਖ ਲੋਕ ਸੰਤਾਂ ਨਾਲ ਵੈਰ ਕਰਦੇ ਹਨ। ਦੁੱਖ ਖੱਟੇ ਸੰਸਾਰਾ। ਮਹਾਰਾਜ ਕਹਿੰਦੇ ਕੋਈ ਖੱਟੀ ਥੋੜੀ ਖੱਟਦੇ ਆ, ਦੁੱਖ ਹੀ ਖੱਟਦੇ ਸੰਸਾਰ ਵਿੱਚ ਰਹਿੰਦੇ ਆ। ਇੱਥੇ ਉੱਥੇ ਲੋਕ ਪਰਲੋਕ ਦੇ ਦੁੱਖ ਹੀ ਪਾਉਂਦੇ ਹਨ। ਖੋਟੇ ਖਰੇ ਪਰਖੇ ਹਨ। ਉਹ ਸੱਚੀ ਦਰਗਾਹ ਵਿੱਚ ਖੋਟੇ ਤੇ ਖਰੇ ਪਰਖੇ ਜਾਂਦੇ, ਕਿਹੜੇ ਚੰਗੇ ਤੇ ਕਿਹੜੇ ਮਾੜੇ ਹਨ। ਇਤ ਸੱਚਾ ਦਰਬਾਰ ਰਾਮ। ਰਾਮ ਕਹੀਏ ਭਾਈ ਉਹ ਸੱਚੇ ਦਰਬਾਰ 'ਚ ਖੋਟੇ ਖਰੇ ਚੰਗੇ ਮਾੜੇ ਦੇਖੇ ਜਾਂਦੇ ਹਨ। ਆਪ ਕਰੇ ਕਿਸੇ ਆਖੀਐ। ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਪੈਦਾ ਕੀਤਾ। ਗੁਰੂ ਅਮਰਦਾਸ ਮਹਾਰਾਜ ਅਖੀਰੀ ਬ੍ਰਹਮ ਵਿੱਚ ਲੀਨ ਹੋਇਆ
ਬ੍ਰਹਮ ਅਵਸਥਾ ਦੀ ਜਿਹੜੀ ਗਿਆਤ ਦਿੰਦੇ ਆ। ਆਪ ਹੀ ਪਰਮੇਸ਼ਰ ਨੇ ਭਾਈ ਸੰਸਾਰ ਕੀਤਾ ਹੈ। ਤੇ ਕਿਸ ਨੂੰ ਇਹ ਗੱਲ ਆਖੀਏ, ਹੋਰ ਕਰਨਾ ਕਿਛੂ ਨਾ ਜਾਈ RAM। ਇਹ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ। ਮਨਮੁਖ ਲੋਕ ਆਪਣੀ ਆਦਤ ਨਹੀਂ ਛੱਡਦੇ, ਗੁਰਮੁਖ ਆਪਣਾ ਸੁਭਾਅ ਨਹੀਂ ਛੱਡਦੇ। ਕਬੀਰ ਸੰਤ ਨਾ ਛਾੜੇ ਸੰਤਈ, ਜੋ ਕੋਟਕ ਮਿਲੇ ਅਸੰਤ। ਜੇ ਕਰੋੜਾਂ ਸੰਤ ਲੋਕ ਹੀ ਮਿਲ ਜਾਣ, ਸੰਤ ਸੰਤ ਹੀ ਰਹਿੰਦੇ ਆ, ਤੇ ਜਿਹੜੇ ਦੁਸ਼ਟ ਲੋਕ ਦੁਸ਼ਟ ਹੀ ਰਹਿੰਦੇ ਆ। ਉਹਨਾਂ ਦਾ ਸੁਭਾਅ ਨਹੀਂ ਬਦਲਦਾ। ਕਿਉਂਕਿ ਚੰਦਨ ਜਿਹੜੀ ਹੈ, ਵੇਖੋ ਚੰਦਨ ਹਮੇਸ਼ਾ ਠੰਡ ਦਿੰਦੀ ਹੈ, ਸੁਗੰਧੀ ਦਿੰਦੀ ਹੈ। ਸੱਪ ਕੋਲ ਰਹਿ ਕੇ ਵੀ ਜ਼ਹਿਰ ਨਹੀਂ ਛੱਡਦੇ, ਠੰਡ ਵਿੱਚ ਰਹਿ ਕੇ ਵੀ ਗਰਮੀ ਰਹਿੰਦੇ ਹਨ। ਆਪ ਕਰੇ ਕਿਸ ਆਖੀਐ, ਆਪ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ ਹੈ ਭਾਈ, ਕਿਸ ਨੂੰ ਆਖੀਏ। ਹੋਰ ਕਰਨਾ ਕਿਛੂ ਨਾ ਜਾਈ RAM। ਹੋਰ ਕੁਝ ਕੀਤਾ ਵੀ ਕੀ ਜਾ ਸਕਦਾ ਜੀਵਾਂ ਕੋਈ, ਕਰ ਵੀ ਕੀ ਸਕਦੇ ਹੈ। ਜਿਸ ਕਾ ਕਾਰਜ ਤਿਨਹੀ ਕੀਆ, ਮਾਨਸ ਕਿਆ ਵਿਚਾਰਾ RAM। ਨਾਨਕ ਕਿਆ ਮਨੁੱਖ, ਇਹ ਮਨੁੱਖ ਹੈ ਕੀ, ਇਹਦੀ ਹੈਸੀਅਤ ਕੀ ਹੈ, ਕੁਛ ਕਰ ਨਹੀਂ ਸਕਦਾ ਹੈ ਭਾਈ। ਜਿਤ ਭਾਵੈ ਤਿਤ ਲਾਏ ਸੇ। ਜਿੱਧਰ ਭਾਵੇ ਪਰਮੇਸ਼ਰ, ਜਿਤ ਭਾਵੈ ਜੋ ਤਿਸ ਭਾਵੈ ਸੋਈ ਕਰਸੀ। ਫਿਰ ਹੁਕਮ ਨਾ ਕਰਨਾ ਜਾਈ, ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਧਰ ਹੀ ਲਾਉਂਦਾ ਮਾਲਕ। ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕੌਣ ਆਖੇ ਮਹਾਰਾਜ ਐਵੇਂ ਨਹੀਂ ਮੈਂ ਕਰ ਸਕਦਾ, ਮੈਂ ਕਰਨਾ ਹੈ, ਕੋਈ ਕਹਿ ਨਹੀਂ ਸਕਦਾ। ਜਿੱਧਰ ਪਰਮੇਸ਼ਰ ਲਾਵੇ ਤਿੱਧਰ ਉਧਰ ਹੀ ਉਹ ਲਾਏ ਸੀ, ਲਾਇਆ ਹੋਇਆ ਹੈ। ਜਿਉ ਤਿਸ ਦੀ ਵਡਿਆਈ RAM। ਜਿਵੇਂ ਪਰਮੇਸ਼ਰ ਦੀ ਵਡਿਆਈ ਹੈ ਭਾਈ, ਉਹਦੀ ਮੌਜ ਹੈ। ਜਿਉ ਤਿਸ ਦੀ ਵਡਿਆਈ ਆਪ ਕਰਾਏ। ਜਿਵੇਂ ਪਰਮੇਸ਼ਰ ਦੀ ਵਡਿਆਈ ਹੈ ਨਾ, ਉਸ ਮਾਲਕ ਦੀ ਮੌਜ ਹੈ, ਆਪ ਕਰਾਈ। ਉਸੇ ਤਰ੍ਹਾਂ ਮਾਲਕ ਕਰਾਈ ਜਾ ਰਿਹਾ ਭਾਈ, ਐਵੇਂ ਕਰੋ। ਜੀਵ ਲਾਏ ਹੋਏ ਐ, ਉਹਦਾ ਖੇਲ ਤਮਾਸ਼ਾ ਹੀ ਹੈ ਮਾਲਕ ਦਾ। ਵਰਿਆਮ ਨ ਫੂਸੀ ਕੋਈ। ਨਾ ਤੇ ਕੋਈ ਵਰਿਆਮ ਆ, ਨਾ ਕੋਈ ਸੂਰਮਾ, ਤੇ ਨਾ ਕੋਈ ਸਾਧ ਸੰਗਤ ਜੀ ਬੁਜ਼ਦਿਲ ਆ। ਕੋਈ ਨਾ ਆਖੇ ਮੈਂ ਸੂਰਮਾ, ਕੋਈ ਨਾ ਆਖੇ ਮੈਂ ਡਰਪੋਕ ਆ। ਇਹ ਪਰਮੇਸ਼ਰ ਨੇ ਜਿਹਨੂੰ ਬਹਾਦਰ ਕਰ ਦਿੱਤਾ ਉਹ ਬਹਾਦਰ ਹੈ, ਤੇ ਜਿਹੜੇ ਕਮਜ਼ੋਰ ਉਹ ਕਮਜ਼ੋਰ ਹੈ। ਜਿਨ੍ਹਾਂ ਨੂੰ ਮਹਾਰਾਜ ਨੇ ਸਿਆਣੇ ਕਰ ਦਿੱਤਾ ਉਹ ਸਿਆਣੇ ਨਾ ਕਹਿਣ ਆਪਣੇ ਆਪ ਨੂੰ, ਉਹ ਗੁਰੂ ਸਾਹਿਬ ਨੇ ਸਿਆਣੇ ਕੀਤਾ, ਪਤਾ ਨਹੀਂ ਕਦੋਂ ਨਿਆਣੇ ਕਰ ਦੇਣਾ ਹੈ। ਇਸ ਪ੍ਰਕਾਰ ਨਾ ਕੋ ਮੂਰਖ, ਮਹਾਰਾਜ ਕਹਿੰਦੇ ਨਾ ਤਾਂ ਕੋਈ ਮੂਰਖ ਨਾ ਕੋਈ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਸਾਰਾ ਕੁਝ ਪਰਮੇਸ਼ਰ ਤੇਰਾ ਹੀ ਭਾਣਾ ਵਰਤ ਰਿਹਾ ਹੈ। ਇਹ ਕੌਣ ਮੂਰਖ ਕੌਣ ਸਿਆਣਾ, ਇਹ ਸਾਰੇ ਕਹਿੰਦੇ ਉਹ ਆਪਾਂ ਜਿਹਨੂੰ ਸਿਆਣਾ ਕਹਿੰਦੇ ਕੁਝ ਦਿਨਾਂ ਬਾਅਦ ਲੜ ਕੇ ਕਹਿੰਦੇ ਉਹ ਮੂਰਖ। ਇਹਦਾ ਮਤਲਬ ਉਹ ਪਹਿਲਾਂ ਸਿਆਣਾ ਹੀ ਨਹੀਂ ਸੀ ਜਿਹਨੂੰ ਤੂੰ ਅੱਜ ਮੂਰਖ ਕਹਿ ਦਿੱਤਾ, ਪਰ ਅਸਲ ਵਿੱਚ ਉਹ ਸਾਡੀ ਬਿਰਤੀ ਹੋ ਜਾਂਦੀ ਹੈ। ਇਹਦਾ ਮਤਲਬ ਨਾ ਉਹ ਸਿਆਣਾ ਸੀ ਉਸ ਦਿਨ ਜਿੱਦਾਂ ਤੂੰ ਸਿਆਣਾ ਕਿਹਾ ਹੈ, ਤੇ ਨਾ ਅੱਜ ਉਹ ਮੂਰਖ ਹੈ ਜਿੱਦਾਂ ਤੂੰ ਮੂਰਖ ਕਿਹਾ ਹੈ। ਇਹ ਪਰਮੇਸ਼ਰ ਜਿਵੇਂ ਕਰਾਈ ਜਾ ਰਿਹਾ ਹੈ ਉਸੇ ਤਰ੍ਹਾਂ ਹੋਈ ਜਾ ਰਿਹਾ ਹੈ। ਇਹ ਮਾਲਕ ਦੀ ਵਡਿਆਈ, ਨਾ ਕੋਈ ਸੂਰਮਾ ਨਾ ਕੋਈ ਬੁਜ਼ਦਲ ਹੈ। ਜਗ ਜੀਵਨ ਦਾਤਾ ਕਰਮ ਵਿਦਾਤਾ। ਜਿਹੜੇ ਸੰਸਾਰ ਦੇ ਜੀ ਹੈ, ਜਿੰਨੇ ਵੀ ਜੀਵ ਹੈ, ਕੀੜੀ ਪਰਯੰਤ ਤੋਂ ਲੈ ਕੇ ਹਾਥੀ ਪਰਯੰਤ ਤੱਕ, ਸਾਧ ਸੰਗਤ ਜੀ ਸਾਰਿਆਂ ਦਾ ਮਾਲਕ ਦਾਤਾ ਹੈ। ਸਵਾਸਾਂ ਨੂੰ ਦੇਣ ਵਾਲਾ, ਪਦਾਰਥਾਂ ਨੂੰ ਦੇਣ ਵਾਲਾ, ਸੰਸਾਰ ਦਾ ਜੀਵਨ ਦੇਣ ਵਾਲਾ ਮਾਲਕ ਹੈ, ਤੇ ਵੱਡਾ ਦਾਤਾ ਹੈ, ਤੇ ਫਲ ਭਰ ਦਾਤਾ, ਕਰਮਾਂ ਦਾ ਫਲ ਭਰ ਦਾਤਾ ਹੈ। ਜਿਹੋ ਜਿਹੇ ਕਰਮ ਕਰਦੇ ਹੋ ਜਿਹਾ ਫਲ ਦਿੰਦਾ ਹੈ ਮਹਾਰਾਜ। ਜਿਹਾ ਬੀਜੇ ਸੋ ਲੈਣਾ, ਕਰਮਾ ਸੰਜੜਾ ਖੇਤ। ਆਪੇ ਬਖਸ਼ੇ ਸੋਈ। ਆਪੇ ਮਹਾਰਾਜ ਜਿਹਨੂੰ ਬਖਸ਼ ਦਿੰਦੇ ਆ, ਫਲ ਭਰ ਦਾਤੇ ਹੋ ਕੇ ਉਹ ਬਖਸ਼ਿਸ਼ਾਂ ਲੈ ਲੈਂਦੇ ਹਨ। ਗੁਰ ਪ੍ਰਸਾਦੀ ਆਪ ਗਵਾਈਐ। ਗੁਰੂ ਦੀ ਕਿਰਪਾ ਹੋ ਜਾਵੇ ਤੇ ਭਾਈ ਆਪ ਗਵਾ ਦਈਏ। ਜੇ ਗੁਰੂ ਦੀ ਕਿਰਪਾ ਹੋ ਜਾਵੇ ਆਪ ਗਵਾਇਆ ਜਾ ਸਕਦਾ ਹੈ, ਫਿਰ ਗੁਰੂ ਦੀ ਸੇਵਾ ਕੀਤੀ ਜਾ ਸਕਦੀ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਨਾਨਕ ਜਿਸਨੂੰ ਲੱਗਾ ਤਿਸ ਮਿਲੈ, ਲੱਗਾ ਸੋ ਪਰਵਾਨ। ਫਿਰ ਹੰਕਾਰ ਛੱਡਿਆ ਜਾ ਸਕਦਾ ਹੈ। ਨਹੀਂ, ਜਿੰਨਾ ਚਿਰ ਗੁਰੂ ਦੀ ਕਿਰਪਾ ਨਹੀਂ ਹੈ ਹੰਕਾਰ ਛੱਡਿਆ ਨਹੀਂ ਜਾ ਸਕਦਾ। ਉਹਨਾਂ ਚਿਰ ਬੰਦਾ ਆਪਣੇ ਆਪ ਨੂੰ ਛੋਟਾ ਕਹਿ ਨਹੀਂ ਸਕਦਾ, ਆਪਣੇ ਆਪ ਨੂੰ ਸਿਆਣਾ ਕਹਿਣ ਤੋਂ ਹਟ ਨਹੀਂ ਸਕਦਾ। ਜਦੋਂ ਇਹ ਗੁਰੂ ਦੀ ਕਿਰਪਾ ਹੋ ਜਾਊਗੀ ਫਿਰ ਇਹ ਕਹੂਗਾ ਮਹਾਰਾਜ ਕਿ ਸਰਨ ਪਰੇ ਕੀ ਰਾਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਹਮ ਮੂਰਖ ਮੁਗਧ ਸਰਨਾਗ ਦੀ। ਮਹਾਰਾਜ ਮੂਰਖਿਆਂ ਤੁਹਾਡੀ ਸ਼ਰਨ ਆਏ, ਸਾਡੀ ਇੱਜ਼ਤ ਪਤ ਰੱਖੋ ਜੀ। ਨਾਨਕ ਨਾਮ ਪਤ ਪਾਏ। ਇਸ ਤਰ੍ਹਾਂ ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ ਹੈ ਉਹਨਾਂ ਨੇ ਨਾਮ ਪ੍ਰਾਪਤ ਕਰ ਲਿਆ, ਜਿਸ ਕਰਕੇ ਇੱਜ਼ਤ ਪਤ ਪਾਈ ਹੈ। ਇੱਥੇ ਉੱਥੇ ਉਹਨਾਂ ਦੀ ਵਡਿਆਈ ਹੁੰਦੀ ਹੈ।
ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਸੱਚੀ ਦਰਗਾਹ 'ਚ ਜਾਂਦੇ ਆ। ਇੱਥੇ ਵੀ ਲੋਕ ਸਰੀਰ ਚੁੱਕਣ ਨੂੰ ਬੇਤਾਬ ਰਹਿੰਦੇ ਵੀ ਮੈਂ ਚੁੱਕਾਂ ਸੰਤਾਂ ਦਾ ਸਰੀਰ। ਅਗਲੇ ਪਾਸੇ ਵੀ ਬਹੁਤ ਉਹਨਾਂ ਦੀ ਸੇਵਾ ਹੁੰਦੀ, ਜਿਤ ਪਦ ਪਾਉਂਦੇ ਹਨ। ਆਪ ਕਰੇ ਕਿਸੇ ਆਖੀਐ। ਆ ਵੀ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ, ਜੀਵ ਪੈਦਾ ਕੀਤੇ, ਭਾਈ ਕਿਸ ਨੂੰ ਆਖੀਏ। ਹੋਰ ਕਰਨਾ ਕਿਛੋ ਨਾ ਜਾਏ। ਹੋਰ ਕੋਈ ਕਰਨਾ ਵੀ ਨਾ, ਹੋਰ ਕੋਈ ਕਰਿਆ ਵੀ ਨਾ ਜਾ ਸਕਦਾ, ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ। ਜੋ ਮਾਲਕ ਕਰੇਗਾ ਉਹੀਓ ਹੋਏਗਾ। ਸਾਡਾ ਤੇ ਇਹੀ ਫਰਜ਼ ਹੈ ਮਹਾਰਾਜ, ਤੇਰਾ ਕੀਆ ਮਿੱਠਾ ਲੱਗੈ। ਮਹਾਰਾਜ ਜੋ ਤੁਸੀਂ ਕਰਦੇ ਸਾਨੂੰ ਮਿੱਠਾ ਲੱਗਣ ਲੱਗ ਪਵੇ, ਕਿਉਂਕਿ ਨਾਨਕ ਤਿਸ ਦਾ ਸਭ ਕੁਝ ਹੋਵੇ, ਜਿਹਦੇ ਵਿੱਚ ਜਿਹੜਾ ਉਹਨਾਂ ਦਾ ਸਭ ਕੁਝ ਹੋ ਜਾਂਦਾ, ਜਿਨ੍ਹਾਂ ਨੇ ਆਪਾ ਭਾਵ ਅੰਦਰੋਂ ਮਿਟਾ ਦਿੱਤਾ ਹੈ। ਉਹਨਾਂ ਨੂੰ ਗੁਰੂ ਸਾਹਿਬ ਬਹੁਤ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਮਿਲਾ ਲੈਂਦੇ ਹੈ। ਫਿਰ ਉਹ ਹਰ ਕਾ ਸੇਵਕ ਹਰ ਹੀ ਜਿਹਾ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰਨ, ਸਾਡੇ ਦੇ ਬਖਸ਼ਿਸ਼ਾਂ ਕਾਰਨ ਸਾਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਣ, ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਬਖਸ਼ਣ, ਜਿਸ ਕਰਕੇ ਸਾਧ ਸੰਗਤ ਜੀ ਸਾਡਾ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਦਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਇਸੇ ਪ੍ਰਕਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰੀ ਵਿੱਚ ਕਥਾ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਿਤਪਾਲ ਸਿੰਘ ਹੈੱਡ ਗ੍ਰੰਥੀ ਸਾਹਿਬ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣੀ ਮਹਾਨ ਸੇਵਾ ਵਿੱਚੋਂ ਕਿਣਕਾ ਮਾਤਰ ਸੇਵਾ ਬਖਸ਼ ਕੇ ਮਾਤੜ ਨੂੰ ਨਵਾਜਿਆ ਹੈ। ਗੁਰੂ ਸਾਹਿਬ ਜੀ ਦਾ ਬਹੁਤ ਰੋਮ ਰੋਮ ਕਰਕੇ ਧੰਨਵਾਦ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਦਾ ਸਦਕਾ ਗੁਰੂ ਚਰਨਾਂ ਵਿੱਚ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਇਸੇ ਪ੍ਰਕਾਰ ਮਹਾਰਾਜ ਸਿਮਰਨ ਕਰੀਏ ਜੀ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ। ਗੁਰ ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ, ਕਰ ਨੌ ਨਿਧ ਆਵੈ ਤਾਏ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ।